ਦਾ ਸੁਭਾਅ ਥੋੜਾ ਜਿਹਾ ਕੁਰਖਾ ਸੀ, ਪਰ ਜਦੋਂ ਉਹਦੇ ਭਾਗ ਇਹੋ ਜਿਹੇ ਜਾਗੇ ਵੀ ਜਦੋਂ ਉਹਨੇ ਮਾਇਆ ਦੇਣੀ ਨਾ, ਸਾਰੇ ਦਿਹਾੜੀ ਜਿਨ੍ਹਾਂ ਨੇ ਕੰਮਕਾਰ ਕੀਤਾ, ਜਦੋਂ ਬਾਬਾ ਜੀ ਦੀ ਵਾਰੀ ਆਉਣੀ ਤੇ ਉਹਦੇ ਕੋਈ ਚੰਗੇ ਭਾਗ ਇੰਨੇ ਕੁ ਜਾਗੇ, ਉਹਨੇ ਬਾਬਾ ਜੀ ਨੂੰ ਬੜਾ ਸਤਿਕਾਰ ਨਾਲ ਬੋਲਣਾ ਵੀ ਆਓ ਮਹਾਂਪੁਰਖੋ ਤੁਸੀਂ ਵੀ ਆਪਣੀ ਮਾਇਆ ਲੈ ਲਓ। ਬਸ ਇੰਨਾ ਕੰਮ ਉਹਨੇ ਕੀਤਾ, ਹੋਰ ਕੋਈ ਨਹੀਂ। ਜਿਸ ਦਿਨ ਉਹ ਸ਼ਾਹੂਕਾਰ ਚੜ੍ਹਾਈ ਕਰ ਗਿਆ ਨਾ, ਭਗਤ ਜੀ ਦੀ ਘਰ ਵਾਲੀ ਕਹਿੰਦੇ ਰਾਮ ਕੀ ਵੀ ਚੜ੍ਹਾਈ ਕਰ ਗਈ, ਉਹਦਾ ਨਾਂ ਰਾਮ ਕੀ ਸੀ। ਭਗਤ ਜੀ ਨੇ ਕਿਹਾ ਰਾਮ ਕੀ, ਆ ਹੁਣ ਇੱਕ ਸ਼ਾਹੂਕਾਰ ਚੜ੍ਹਾਈ ਕਰ ਗਿਆ ਹੈ, ਇਹ ਸਾਨੂੰ ਸਤਿਕਾਰ ਕਰਦਾ ਰਿਹਾ, ਇੱਜ਼ਤ ਕਰਦਾ ਰਿਹਾ, ਧਰਮਰਾਜ ਨੂੰ ਇੰਨਾ ਕੁ ਸੁਨੇਹਾ ਦੇ ਦਈਏ ਭਗਤ ਜੀ ਹੋਣਾ ਦਾ ਸਤਿਕਾਰ ਕਰਦਾ ਰਿਹਾ, ਇਹਦਾ ਹਿਸਾਬ ਕਿਤਾਬ ਧਿਆਨ ਨਾਲ ਕਰੀ। ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਇਸ ਤੇ ਮੋਹਰ ਲਾਉਂਦੀ ਹੈ। ਕਹਿੰਦੇ ਰਾਮ ਕੀ ਨੇ ਸੁਨੇਹਾ ਦਿੱਤਾ ਧਰਮਰਾਜੇ ਨੂੰ, ਕਹਿੰਦੇ ਜੀ ਇਹ ਜਿਹੜਾ ਸ਼ਾਹੂਕਾਰ ਆ ਇਹ ਭਗਤ ਜੀ ਹੋਣਾ ਦਾ ਸਤਿਕਾਰ ਕਰਦਾ ਰਿਹਾ। ਕਹਿੰਦੇ ਅੱਛਾ ਭਗਤ ਜੀ ਦਾ ਸਤਿਕਾਰ ਕਰਦਾ, ਫਿਰ ਇਹਦਾ ਕੀ ਲੇਖਾ ਜੋਖਾ ਲਿਖਣਾ, ਮੇਟ ਦੇ ਉਹਦਾ ਲੇਖਾ ਜੋਖਾ। ਬਾਣੀ ਕਹਿੰਦੀ ਹੈ ਜੇ ਕੋ ਜੀਓ ਕਹੇ ਉਹਨਾਂ ਕੋ ਜਮ ਕੀ ਤਲ ਬਣਾਵੇ। ਜਿਹੜਾ ਕੋਈ ਪ੍ਰਭੂ ਦਾ ਪਿਆਰਾ, ਉਹਦੀ ਸੇਵਾ ਕਰਨੀ, ਸੰਗਤ ਕਰਨੀ ਮਹਾਨ ਉੱਤਮ ਹੈ। ਦੋ ਹੱਥ ਬੰਨ ਕੇ ਜਿਹੜਾ ਸਤਿਕਾਰ ਹੀ ਕਰਦੇ, ਗੁਰੂ ਕਹਿੰਦਾ ਜਮਾਂ ਦੀ ਮਾਰ ਨਹੀਂ ਪਵੇਗੀ। ਪਰ ਜੇ ਸਾਧੂ ਹੋਵੇਗਾ, ਜੇ ਬ੍ਰਹਮ ਗਿਆਨੀ ਹੋਵੇਗਾ, ਜੇ ਮਹਾਂਪੁਰਖ ਹੋਵੇਗਾ, ਜਿਸ ਦੇ ਵਿੱਚ ਇਹ ਲੱਛਣ ਜੇ ਹੋਣਗੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੀ ਸੰਗ ਕਰਨ ਵਾਲਿਆਂ ਦੀ ਸੇਵਾ ਤਾਂ ਖੁਦ ਧਰਮ ਰਾਜਾ ਵੀ ਲੋਚਦਾ ਹੈ। ਉਹਨਾਂ ਦੇ ਕੋਲੋਂ ਧਰਮ ਰਾਜਾ ਵੈਸੇ ਵੀ ਡਰਦਾ ਹੈ। ਬਾਣੀ ਨੇ ਵੀ ਕਿਹਾ ਧਰਮ ਰਾਏ ਹੈ ਹਰ ਕਾ ਕੀਆ, ਹਰ ਜਨ ਸੇਵਕ ਨੇੜ ਨਾ ਆਵੇ। ਤੇ ਜਮਾਂ ਨੂੰ ਵਿਸ਼ੇਸ਼ ਕਰਕੇ ਧਰਮ ਰਾਜਾ ਕਹਿੰਦਾ ਉਹ ਸਾਧੂ ਦੇ ਜਿਹੜੇ ਇਹਨਾਂ ਦੇ ਲਾਗੇ ਨਾ ਚਲੇ ਜਾਏ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋਣਾ ਤੂੰ ਨੈ ਛੁੱਟੇ ਨਿਕਟ ਨਾ ਜਾਈਓ। ਇਹਨਾਂ ਦੇ ਲਾਗੇ ਕਦੀ ਭੁੱਲ ਕੇ ਨਾ ਜਾਇਓ। ਇਸ ਕਰਕੇ ਇੱਥੇ ਮਹਾਰਾਜ ਇਹੀ ਕਹਿ ਰਹੇ ਸਾਧੂ ਦੇ ਸੰਗ ਕਰਨ ਵਾਲੇ ਦੀ ਖੁਦ ਧਰਮ ਰਾਜਾ ਵੀ ਸੇਵਾ ਲੋਚਦਾ ਹੈ। ਸਾਧ ਕੈ ਸੰਗ ਸੋਭਾ ਸੁਰ ਦੇਵਾ। ਹਾਂ, ਸਾਧੂ ਦੀ ਸੰਗ ਕਰਨ ਵਾਲਾ ਜਿਹੜਾ ਹੈ ਉਹਦੀ ਸੋਭਾ, ਉਹਦੀ ਸੇਵਾ, ਤੇ ਜਿਨ੍ਹਾਂ ਨੂੰ ਦੇਵਤੇ ਕਿਹਾ ਜਾਂਦਾ ਹੈ ਨਾ, ਉਹ ਵੀ ਲੋਚਦੇ ਹਨ, ਉਹ ਵੀ ਉਹਨਾਂ ਦੀ ਵਡਿਆਈ ਕਰਦੇ ਹਨ। ਇਹ ਮੈਂ ਅੱਗੇ ਵੀ ਬੇਨਤੀ ਕੀਤੀ ਸੀ ਵੀ ਦੇਵਤਾ ਉਹਨੂੰ ਕਿਹਾ ਜਾਂਦਾ ਹੈ ਜਿਸ ਦੀ ਆਤਮਾ ਬਹੁਤ ਉੱਚੀ ਹੋ ਜਾਂਦੀ ਹੈ। ਦੇਵ ਆਤਮਾ, ਦੇਵ ਆਤਮਾ ਦਾ ਭਾਵ ਇਹ ਹੁੰਦਾ ਹੈ ਕਿ ਕਿਸੇ ਨੂੰ ਮਨੁੱਖ ਜਾਮਾ ਮਿਲਿਆ, ਉਹਨੇ ਬੜੀ ਬੰਦਗੀ ਕੀਤੀ, ਬੜੀ ਕਮਾਈ ਕੀਤੀ ਹੈ, ਬੜਾ ਨਾਮ ਜਪਿਆ ਹੈ, 99 ਕਦਮ ਪ੍ਰਮਾਤਮਾ ਦੇ ਦਰ ਵੱਲ ਉਹਨੇ ਪੱਟ ਲਏ, ਇੱਕ ਕਦਮ ਰਹਿ ਗਿਆ ਪ੍ਰਮਾਤਮਾ ਦੇ ਘਰ ਪਹੁੰਚਣ ਦਾ, ਉਹਦਾ ਇੱਕ ਕਦਮ, ਪਰ ਸਰੀਰ ਸਾਥ ਛੱਡ ਗਿਆ, ਸਰੀਰ ਖਤਮ ਹੋ ਗਿਆ। ਇਹ ਜਿਹੜੀ ਆਤਮਾ ਉਹਨੂੰ ਕਿਹਾ ਜਾਂਦਾ ਦੇਵ ਆਤਮਾ, ਦੇਵਤੇ ਦੀ ਆਤਮਾ ਹੈ, ਬਹੁਤ ਉੱਚੀ ਆਤਮਾ ਹੈ, ਪਰ ਇੱਕ ਕਦਮ ਦੀ ਯਾਤਰਾ ਅਜੇ ਰਹਿੰਦੀ ਹੈ। ਉਹਦੇ ਵਾਸਤੇ ਇਸ ਦੇਵ ਆਤਮਾ ਨੂੰ ਇੱਕ ਵਾਰ ਸੰਸਾਰ ਤੇ ਫਿਰ ਸਰੀਰ ਧਾਰਨ ਕਰਨਾ ਪੈਣਾ ਹੈ। ਤੇ ਇਹ ਆਤਮਾ, ਇਹ ਮੰਨਦੇ ਨੇ ਅਨੁਭਵੀ ਮਹਾਂਪੁਰਖ ਵੀ ਜਿੱਥੇ ਬਾਣੀ ਦਾ ਕੀਰਤਨ, ਜਿੱਥੇ ਗੁਰੂ ਗ੍ਰੰਥ ਸਾਹਿਬ, ਜਿੱਥੇ ਕਥਾ, ਜਿੱਥੇ ਰੱਬ ਦੇ ਪਿਆਰੇ, ਉੱਥੇ ਇਹ ਆਤਮਾ ਦਾ ਮੰਡਲ ਫਿਰਦਾ ਹੈ। ਤੇ ਜਿਹੜੇ ਕਮਾਈ ਵਾਲੇ, ਜਿਨ੍ਹਾਂ ਨੂੰ ਕਹਿੰਦੇ ਨੇ ਇਹਨਾਂ ਕੋਲ ਦੇਵ ਦ੍ਰਿਸ਼ਟੀ ਹੈ, ਦਿਵ ਦ੍ਰਿਸ਼ਟੀ ਆ ਜਾਂਦੀ, ਉਹਨਾਂ ਨੂੰ ਇਹ ਆਤਮਾ ਸਾਖਿਆਤ ਦਿਸਣ ਲੱਗ ਪੈਂਦੀ ਹੈ। ਇਹਨੂੰ ਕਹਿੰਦੇ ਨੇ ਦੇਵ ਆਤਮਾ। ਬੜੀ ਕਮਾਈ ਕੀਤੀ, ਬਸ ਪਹੁੰਚਣ ਵਾਲਾ ਸੀ, ਸਰੀਰ ਸਾਥ ਛੱਡ ਗਿਆ। ਕਿਉਂਕਿ ਸਰੀਰ ਮਿਲਿਆ ਸਾਨੂੰ ਯਾਤਰਾ ਕਰਨ ਵਾਸਤੇ। ਯਾਤਰਾ ਕੀ ਹੈ? ਆਤਮਾ ਨੂੰ ਪ੍ਰਮਾਤਮਾ ਦੇ ਘਰ ਤੱਕ ਲਿਜਾਣਾ ਹੈ। ਐਵੇਂ ਕਹਿ ਲੋ ਵੀ ਜਿਵੇਂ ਇੱਥੋਂ 100 ਕਿਲੋਮੀਟਰ ਪੈਂਡਾ ਅੰਮ੍ਰਿਤਸਰ ਦਾ ਹੋਵੇ, 99 ਕਿਲੋਮੀਟਰ ਗੱਡੀ ਤੈਅ ਕਰ ਗਈ ਸੀ, ਤੇਲ ਮੁੱਕ ਗਿਆ, ਤੇ ਹੁਣ ਤੇਲ ਪਾਉਣਾ ਪੈਣਾ, ਫਿਰ 1 ਕਿਲੋਮੀਟਰ ਤੈਅ ਹੋਣਾ। ਇਸੇ ਤਰ੍ਹਾਂ ਜਿਹੜੀ ਆਤਮਾ ਨੇ ਕਮਾਈ ਤਾਂ ਕੀਤੀ ਹੈ, ਪਰ ਹੁਣ ਇੱਕ ਵਾਰਾ ਮਨੁੱਖ ਜਾਮਾ ਚਾਹੀਦਾ। ਮਨੁੱਖ ਜਾਮੇ ਤੋਂ ਬਗੈਰ ਮੁਕਤੀ ਨਹੀਂ ਹੋ ਸਕਦੀ। ਮਨੁੱਖ ਜਾਮੇ ਤੋਂ ਬਿਨਾਂ ਮਨੁੱਖ ਭਗਵਾਨ ਨਹੀਂ ਹੋ ਸਕਦਾ। ਇਸ ਕਰਕੇ ਬਾਣੀ ਵਿੱਚ ਕਿਹਾ ਇਸ ਦੇਹੀ ਕੋ ਸਿਮਰੇ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਦੇਵਤਾ ਵੀ ਲੋਚਦਾ ਆ ਮਨੁੱਖ ਜਾਮਾ ਮੈਨੂੰ ਮਿਲ ਜੇ, ਇੱਕ ਕਦਮ ਮੇਰਾ ਰਹਿ ਗਿਆ, ਮਨੁੱਖ ਜਾਮਾ ਮਿਲ ਜੇ ਤਾਂ ਮੈਂ ਇਹ ਵੀ ਪੂਰਾ ਕਰਨਾ। ਪਰ ਦੇਵਤੇ ਦਾ ਜਨਮ ਛੇਤੀ ਨਹੀਂ ਹੁੰਦਾ। ਉਹਦਾ ਕਾਰਨ ਇਹ ਅਨੁਭਵੀ ਕਹਿੰਦੇ ਐ, ਦੇਵਤੇ ਆਤਮਾ ਨੂੰ ਜਨਮ ਲੈਣ ਵਾਸਤੇ ਬੜੀ ਕਮਾਈ ਵਾਲੀ ਮਾਂ ਦੀ ਕੁੱਖ ਚਾਹੀਦੀ ਹੈ, ਬੜੀ ਬੰਦਗੀ ਵਾਲੀ ਮਾਂ ਦੀ ਕੁੱਖ ਚਾਹੀਦੀ ਹੈ, ਫਿਰ ਉਹ ਪ੍ਰਗਟ ਹੋ ਸਕਦਾ ਹੈ।
ਫਿਰ ਉਹ ਸੰਸਾਰ ਤੇ ਜਨਮ ਲੈ ਕੇ ਆਪਣੀ ਯਾਤਰਾ ਪੂਰੀ ਕਰ ਸਕਦਾ ਹੈ। ਦੂਜੀ ਆਤਮਾ ਹੁੰਦੀ ਜਿਨ੍ਹਾਂ ਨੂੰ ਕਹਿ ਦਿੰਦੇ ਭੂਤ ਪ੍ਰੇਤ ਨਖਿੱਧ ਆਤਮਾ, ਸਾਰੀ ਜ਼ਿੰਦਗੀ ਵਿਸ਼ੇ ਪੁਕਾਰ ਭੋਗੇ, ਮਾੜੇ ਕਰਮ ਕੀਤੇ ਹਨ। ਐਸੀ ਜਿਹੜੀ ਆਤਮਾ ਹੈ ਉਹਦਾ ਵੀ ਜਨਮ ਛੇਤੀ ਨਹੀਂ ਹੁੰਦਾ, ਕਿਉਂਕਿ ਉਹਨੂੰ ਜਨਮ ਲੈਣ ਵਾਸਤੇ ਬੜੀ ਪਾਪਣ ਮਾਂ ਦੀ ਕੁੱਖ ਚਾਹੀਦੀ, ਉਹਨੂੰ ਮਾੜੇ ਕਰਮ ਵਿਚਾਰਨ ਮਾਂ ਦੀ ਕੁੱਖ ਚਾਹੀਦੀ, ਉਹਦਾ ਜਨਮ ਤਾਂ ਹੋਵੇਗਾ। ਇਹ ਦੋਵੇਂ ਹੀ ਆਤਮਾ ਸੰਸਾਰ 'ਚ ਲੰਮਾ ਸਮਾਂ ਭਟਕਦੀਆਂ ਹਨ, ਚੰਗੀਆਂ ਮਾੜੀਆਂ। ਮਾੜੀਆਂ ਦਾ ਵਾਸਾ ਜੂਏ ਖਾਨਿਆਂ 'ਚ, ਸ਼ਰਾਬ ਖਾਨਿਆਂ 'ਚ, ਵਕਾਰੀਆਂ ਦੇ ਕੋਲ ਹੁੰਦਾ ਹੈ, ਔਰ ਹੁੰਦੀਆਂ ਹਨ ਇਹ ਆਤਮਾ। ਬਾਣੀ ਕਹਿੰਦੀ ਹੈ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਜ। ਕਈ ਵਾਰ ਦੇਖਿਓ ਆਪਣੇ ਘਰਾਂ ਜਿਹੜੇ ਛੋਟੇ ਬੱਚੇ ਹੁੰਦੇ ਹਨ, ਇੱਕ ਤਾਂ ਇਹ ਆਤਮਾ ਦਿਖਦੀਆਂ ਦਿਵ ਦ੍ਰਿਸ਼ਟੀ ਵਾਲਿਆਂ ਨੂੰ, ਜਿਨ੍ਹਾਂ ਨੂੰ ਅਭਿਆਸੀ ਹੋ ਜਾਂਦੇ ਨਾਮ ਦੇ, ਉਹਨਾਂ ਨੂੰ ਦਿਸਣ ਲੱਗ ਪੈਂਦੀਆਂ ਚੰਗੀਆਂ ਮਾੜੀਆਂ। ਜਿਹੜੇ ਛੋਟੇ ਬੱਚੇ ਹੁੰਦੇ ਜਿਹੜੇ ਬੋਲ ਕੇ ਨਹੀਂ ਦੱਸ ਸਕਦੇ, ਕਈ ਵਾਰ ਆਪਾਂ ਦੇਖਦੇ ਨਿਆਣਾ ਬਹੁਤ ਤਬਕਦਾ, ਉੱਚੀ ਉੱਚੀ ਰੋਣ ਲੱਗ ਪੈਂਦਾ ਸੁਭਾਵਕ, ਜਿਵੇਂ ਡਰ ਗਿਆ ਹੁੰਦਾ ਹੈ। ਇਹ ਆਤਮਾ ਉਹਨਾਂ ਨੂੰ ਦਿਸਦੀਆਂ ਜਿਹੜੇ ਬੋਲ ਕੇ ਨਹੀਂ ਦੱਸ ਸਕਦੇ। ਬੱਚਾ ਬੋਲ ਕੇ ਨਹੀਂ ਦੱਸ ਸਕਦਾ ਕੀ ਵੇਖਿਆ ਮੈਂ, ਕੇਵਲ ਰੋ ਸਕਦਾ, ਡਰ ਸਕਦਾ ਹੈ। ਕੂਕਰ ਦੇਖਿਓ ਕਈ ਵਾਰ ਘਰਾਂ ਦੇ ਵਿੱਚ ਵੈਸੇ ਹੀ ਭੌਂਕਣ ਲੱਗ ਪੈਂਦੇ ਤੇ ਬੰਦਾ ਕਹਿੰਦਾ ਹੈ ਤਾਂ ਕੋਈ ਨਹੀਂ, ਇਹ ਕਿਉਂ ਭੌਂਕਦਾ? ਉਹ ਕੂਕਰ ਬੋਲ ਕੇ ਨਹੀਂ ਦੱਸ ਸਕਦਾ। ਜਿਨ੍ਹਾਂ ਦੇ ਘਰ ਵਿੱਚ ਮੱਝਾਂ ਗਾਵਾਂ ਹੋਣਗੀਆਂ ਉਹਨਾਂ ਦੇ ਕਈ ਵਾਰ ਪਸ਼ੂ ਬੜਾ ਖੌਰੂ ਪਾ ਦੇਣਗੇ, ਰਿੰਗਣਗੇ, ਜਿਵੇਂ ਬੜੇ ਭੈਭੀਤ ਹੋ ਗਏ ਹੋਣਗੇ। ਤਾਂ ਉਹ ਕਿਉਂ ਹੋ ਰਿਹਾ ਹੈ? ਕਿਉਂਕਿ ਉਹ ਬੋਲ ਕੇ ਨਹੀਂ ਦੱਸ ਸਕਦੇ, ਪਰ ਦੇਖਿਆ ਹੈ ਕੁਝ। ਇਸ ਕਰਕੇ ਜਾਂ ਫਿਰ ਇਹ ਦਿਵ ਦ੍ਰਿਸ਼ਟੀ ਵਾਲਿਆਂ ਨੂੰ ਦਿਸਦੀਆਂ, ਅਭਿਆਸੀਆਂ ਨੂੰ। ਔਰ ਐਸੀਆਂ ਆਤਮਾ ਸੰਸਾਰ ਤੇ ਵਿਰਲੀਆਂ ਹੁੰਦੀਆਂ ਜਿਨ੍ਹਾਂ ਦੀ ਇਹ ਅਵਸਥਾ ਬਣ ਜਾਏ। ਤੋ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਇਹ ਬਖਸ਼ਿਸ਼ ਕਰ ਰਹੇ ਨੇ, ਜਿਹੜੇ ਦੇਵਤਿਆਂ ਦੀਆਂ ਆਤਮਾ ਉਹ ਵੀ ਸਾਧੂ ਦੀ ਸੰਗਤ ਲੋਚਦੀਆਂ, ਉਹਨਾਂ ਦੀ ਵਡਿਆਈ ਕਰ ਰਹੀਆਂ, ਸ਼ੋਭਾ ਕਰ ਰਹੀਆਂ ਹਨ ਜੀ। ਸਾਧੂ ਕੈ ਸੰਗ ਪਾਪ ਪਲਾਇਨ। ਸਾਧੂ ਦਾ ਸੰਗ ਕਰਨ ਦੇ ਨਾਲ ਜਿੰਨੇ ਵੀ ਪਾਪ ਆ ਨਾ, ਪਲਾਇਨ, ਪਲਾਇਨ ਦਾ ਭਾਵ ਉਹ ਸਾਰੇ ਪਾਪ ਜਿਹੜੇ ਭੱਜ ਜਾਂਦੇ ਆ, ਨਾਸ਼ ਹੋ ਜਾਂਦੇ। ਪਾਪ ਵੈਸੇ 10 ਪ੍ਰਕਾਰ ਦਾ ਮੰਨਿਆ ਗਿਆ। ਵੈਸੇ ਕਈ ਇਹਨਾਂ 10 ਦੇ ਵਿੱਚੋਂ ਫਿਰ ਕਈ ਗਿਣਤੀਆਂ ਹੋ ਜਾਂਦੀਆਂ, ਪਰ 10 ਮੁੱਖ ਮੰਨੇ ਆ, ਜਿਹਦੇ ਵਿੱਚੋਂ 3 ਪਾਪ ਮੰਨੇ ਆ ਸਾਡੇ ਸਰੀਰ ਦੇ, 3 ਪਾਪ ਮੰਨੇ ਸਾਡੇ ਮਨ ਦੇ, ਤੇ 4 ਪਾਪ ਮੰਨੇ ਸਾਡੀ ਜ਼ੁਬਾਨ ਦੇ। ਇਹ ਜ਼ਬਾਨ ਨੂੰ ਐਵੇਂ ਨਾ ਸਮਝਿਓ ਇਹ 4 ਪਾਪ ਬੰਦੇ ਕੋ ਕਰਾਉਂਦੀ, 4 ਦੋਸ਼। ਸ਼ਾਇਦ ਮੈਂ ਅੱਗੇ ਵੀ ਇੱਥੇ ਬੇਨਤੀ ਕੀਤੀ, 3 ਸਰੀਰ ਦੇ, 3 ਮਨ ਦੇ। ਮਨ ਦੇ 3 ਕਿਹੜੇ ਐ? ਮਨ ਦੇ ਵਿੱਚ ਕਿਸੇ ਦੇ ਪ੍ਰਤੀ ਬੁਰਾ ਸੋਚਣਾ, ਬੁਰਾ ਹੀ ਸੋਚੀ ਜਾਣਾ, ਬੁਰਾ ਹੀ, ਈਰਖਾ ਜਿਹਨੂੰ ਕਹਿੰਦੇ, ਬੁਰਾ ਸੋਚਣਾ। ਕਾਦੇ ਬਾਰੇ ਬੁਰਾ ਸੋਚਣਾ? ਕਿਸੇ ਦੀ ਇੱਜ਼ਤ ਬਾਰੇ ਬੁਰਾ ਸੋਚਣਾ, ਕਿਸੇ ਦੇ ਧਨ ਮਾਲ ਬਾਰੇ ਬੁਰਾ ਸੋਚਣਾ। ਤੇ 3 ਪਾਪ ਸਰੀਰ ਦੇ ਹੁੰਦੇ ਆ। ਸਰੀਰ ਕਰਕੇ ਕਿਸੇ ਦਾ ਕਤਲ ਕਰ ਦੇਣਾ, ਸਰੀਰ ਕਰਕੇ ਕਿਸੇ ਦੀ ਧਨ ਦੌਲਤ ਲੁੱਟ ਲੈਣੀ, ਸਰੀਰ ਕਰਕੇ ਕਿਸੇ ਦੀ ਇੱਜ਼ਤ ਲੁੱਟ ਲੈਣੀ। ਇਹ 3 ਪਾਪ ਸਰੀਰ ਦੇ ਹਨ, ਤੇ 3 ਪਾਪ ਮਨ ਦੇ ਹਨ। ਬੁਰਾ ਸੋਚਣਾ ਕਿਸੇ ਦੀ ਇੱਜ਼ਤ ਬਾਰੇ, ਕਿਸੇ ਦੇ ਮਾਲ ਧਨ ਬਾਰੇ, ਤੇ ਕਿਸੇ ਦੀ ਜਾਨ ਬਾਰੇ। 3 ਹੀ ਮਨ ਦੇ ਪਾਪ, 3 ਸਰੀਰ ਦੇ ਪਾਪ। तो 4 पाप बंदे दी जबान दे ने दोष। जिस बंदे दी जबान हर वेले झूठ बोलती रहिंदी है, झूठ बोलती रहिंदी है, ऐसे बंदे दी जबान कदी नाम दा रस नहीं आएगा, कदी नहीं आ सकता, क्योंकि ये दोष है, ये पाप है जिहड़ा मनुख कर रहा झूठ बोलण दा। दूजा कौड़ा बोलना, फिक्का बोलना। जदों बोलना इहो जिहा बोलना भी किसी का दिल दुखा के रख देना, किसी के दिल नूं चोट कर देनी। लोग कह देंगे ते शब्द बड़े माड़े है, ये तो सुन के शब्द मन नूं अग लग जाती है। क्यों? उसकी जबान नूं दोष लगा कौड़े बोलना। और तीजा हुंदा अपनी जबान तो किसी की चुगली करनी, कईयां नूं चुगली करने की आदत पै जाती। ते चौथा है निंदिया करना, व्यर्थी निंदिया करी जानी। पता होना ना किसी बारे, व्यर्थी निंदिया करी जानी। पता कोई नहीं है भी गल सच है कि झूठ है। सच दर्शाना तो कोई पाप नहीं, सच दसना ही तो पाप निंदिया।
ਪਰ ਕੋਲੋਂ ਹੀ ਬਾਤਾਂ ਬਣਾ ਲੈਣੀਆਂ, ਗੱਲ ਦਾ ਪਤਾ ਕੋਈ ਨਹੀਂ, ਉਸ ਨੂੰ ਕਹਿੰਦੇ ਨਿੰਦਿਆ। ਇਹ 4 ਪਾਪ ਬੰਦੇ ਦੋਸ਼ ਦੇ ਆ। ਇਹ 10 ਹੋ ਗਏ ਸਾਰੇ, 3 ਸਰੀਰ ਦੇ, 3 ਮਨ ਦੇ, 4 ਜ਼ੁਬਾਨ। ਸਾਧੂ ਦਾ ਸੰਗ ਕਰਨ ਵਾਲੇ ਜਿਹੜੇ, ਉਹਨਾਂ ਦੇ ਇਹ ਸਭ ਪਾਪ ਭੱਜ ਜਾਂਦੇ, ਨਾਸ਼ ਹੋ ਜਾਂਦੇ ਨੇ। ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਸਾਧੂ ਦਾ ਸੰਗ ਕਰਨ ਵਾਲਾ, ਉਹਦੀ ਸੰਗਤ ਕਰਨ ਵਾਲਾ ਅੰਮ੍ਰਿਤ ਰੂਪੀ ਗੁਣਾਂ ਨੂੰ ਗ੍ਰਹਿਣ ਕਰਦਾ ਹੈ ਜਾਂ ਗਾਉਂਦਾ ਰਹਿੰਦਾ ਹੈ। ਅੰਮ੍ਰਿਤ ਰੂਪੀ ਗੁਣਾਂ ਨੂੰ ਉਹ ਗਾਉਣ ਵਾਲਾ ਬਣ ਜਾਂਦਾ ਹੈ। ਉਹਦੀ ਜ਼ੁਬਾਨ ਇੰਨੀ ਅੰਮ੍ਰਿਤ ਨਾਲ ਭਰ ਜਾਂਦੀ ਹੈ ਕਿ ਉਹਨੇ ਪ੍ਰਮਾਤਮਾ ਦੇ ਨਾਮ ਰੂਪੀ ਅੰਮ੍ਰਿਤ ਨੂੰ ਜਪ ਜਪ ਕੇ ਉਹ ਗੁਣ ਗ੍ਰਹਿਣ ਕਰ ਲਿਆ ਰੱਬ ਦੀ ਵਡਿਆਈ ਦੇ ਜੀ। ਸਾਧਕ ਸੰਗ ਸਰਬ ਥਾਨ ਗੰਮ। ਸਾਧੂ ਦਾ ਸੰਗ ਕਰਨ ਵਾਲਾ ਜਿਹੜਾ ਜੀਵ ਹੈ ਉਹ ਸਾਰੀਆਂ ਅਸਥਾਨਾਂ ਤੇ ਜਾਣ ਦਾ ਲਾਇਕ ਹੋ ਜਾਂਦਾ ਹੈ। ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਸੱਚ ਖੰਡ, ਸਾਰਿਆਂ ਥਾਵਾਂ ਤੇ ਜਾਣ ਦੀ ਉਹਦੀ ਗਮਤਾ ਬਣ ਜਾਂਦੀ ਹੈ, ਜਾਣ ਦੇ ਲਾਇਕ ਹੋ ਜਾਂਦਾ ਹੈ। ਨਾਨਕ ਸਾਧਕ ਸੰਗ ਸਫਲ ਜਨਮ। ਹਾਂ, ਸਾਧੂ ਦਾ ਸੰਗ ਕਰਨ ਵਾਲੇ ਦਾ ਜਨਮ ਜਿਹੜਾ ਹੈ ਨਾ, ਜੀਵਨ ਸਫਲ ਹੋ ਜਾਂਦਾ ਹੈ। ਸਾਧੂ ਦਾ ਸੰਗ ਹੀ ਤਾਂ ਕਰੀਦਾ ਜੀਵਨ ਸਫਲ ਹੋ ਜਾਏ। ਤੇ ਉਹ ਸਾਧ ਨਹੀਂ ਹੈ ਜਿਹੜਾ ਕਿਸੇ ਦਾ ਜੀਵਨ ਸਫਲ ਕਰਨ ਦੇ ਥਾਂ ਕਿਸੇ ਦਾ ਜੀਵਨ ਵਿਗਾੜ ਕੇ ਹੀ ਰੱਖ ਦੇਵੇ। ਸਾਧੂ ਤਾਂ ਜੀਵਨ ਸਫਲ ਕਰਦਾ। ਉਹ ਸਾਧੂ ਨਹੀਂ ਵੀ ਜਿਹੜਾ ਆਪਣੇ ਫਾਇਦੇ ਲਈ ਲੋਕਾਂ ਦੇ ਮੁੰਡਿਆਂ ਨੂੰ ਨਸ਼ਿਆਂ ਤੇ ਹੀ ਲਾ ਦੇਵੇ। ਉਹ ਸਾਧ ਨਹੀਂ ਵੀ ਜਿਹੜਾ ਕਵੇ ਵੀ ਤੂੰ ਮੇਰੇ ਕੋਲ ਹੀ ਆਉਣਾ, ਹੁਣ ਦੂਜੇ ਕੋਲੋਂ ਨਾ ਚਲੇ ਜਾਈ, ਦੂਜਿਆਂ ਨਾਲ ਈਰਖਾ ਹੀ ਕਰਾਈ ਜਾਵੇ। ਸਾਧੂ ਦਾ ਤਾਂ ਜੀਵਨ ਆਪਣਾ ਸਫਲ ਤੇ ਦੂਜਿਆਂ ਦਾ ਉਹ ਸਫਲ ਕਰਦਾ ਹੈ। ਉਹਦੇ ਸੰਗ ਕਰਨ ਦੇ ਨਾਲ ਜੀਵਨ ਸਫਲ ਹੁੰਦਾ ਵੀ ਹੈ। ਔਰ ਸਫਲ ਜਨਮ ਜਿਹੜਾ ਭਾਵ ਸੱਚਖੰਡ ਦਾ ਉਹ ਅਧਿਕਾਰੀ ਹੋ ਜਾਂਦਾ ਹੈ, ਮੁਕਤੀ ਦੇ ਲਾਇਕ ਹੋ ਜਾਂਦਾ ਹੈ। ਉਹਦਾ ਲੋਕ ਪ੍ਰੋਕੀਆ ਸਫਲ ਸੁਹੇਲਾ ਹੋ ਗਿਆ ਸੰਸਾਰ ਦਾ। ਉਹਦੀ ਸਫਲ ਭਈ ਯਾਤਰਾ, ਉਹਦੀ ਸੰਸਾਰ ਤੇ ਆਉਣ ਦੀ ਯਾਤਰਾ ਸਫਲ ਹੋ ਗਈ ਹੈ। ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਦੀ ਇੱਕ ਸਾਖੀ ਹੈ। ਮਹਾਰਾਜ ਦੇ ਕੋਲ ਇੱਕ ਦਿਨ ਇੱਕ ਪੰਡਤ ਆਇਆ, ਨਿਤਾਨੰਦ ਉਹਦਾ ਨਾਮ ਸੀ। ਕਹਿੰਦਾ ਮਹਾਰਾਜ ਤੁਹਾਡੇ ਚਰਨਾਂ 'ਚ ਸੰਗਤ ਬੜੀ ਆਉਂਦੀ ਹੈ, ਤੇ ਜੇ ਤੁਸੀਂ ਮੈਨੂੰ ਹੁਕਮ ਕਰੋ ਤੇ ਮੈਂ ਇਹਨਾਂ ਕੋਲ ਵੇਦਾਂ ਪੁਰਾਣਾਂ ਦੀ ਕਥਾ ਕਰਿਆ ਕਰਾਂ ਤੇ ਇਹ ਸੰਗਤਾਂ ਲਾਭ ਲਿਆ ਕਰਨਗੀਆਂ, ਤੇ ਸੰਗਤਾਂ ਕਾਮ ਧੇਨ ਗਊ ਹੁੰਦੀਆਂ ਤੇ ਮੇਰਾ ਵੀ ਕੰਮ ਚੱਲਦਾ ਜਾਏ। ਮਾਰ ਗਿਆ ਕੋਈ ਗੱਲ ਨਹੀਂ ਪੰਡਤ ਜੀ ਕਥਾ ਕਰੋ। ਪੰਡਤ ਦਾ ਭਾਵ ਵਿਦਵਾਨ। ਮਹਾਰਾਜ ਕਹਿੰਦੇ ਕਰਿਆ ਕਰੋ ਕਥਾ, ਜੀ ਆਇਆਂ ਨੂੰ। ਪੰਡਤ ਕਥਾ ਕਰਨ ਲੱਗ ਪਿਆ। ਰੋਜ਼ ਸੰਗਤਾਂ ਸੁਣ ਲੱਗ ਪਈਆਂ। ਸੰਗਤਾਂ ਪੰਡਤ ਦਾ ਮਾਣ ਸਤਿਕਾਰ ਬੜਾ ਕਰਨ, ਇੱਜ਼ਤ ਬੜੀ ਕਰਨ। ਪੰਡਤ ਦੇ ਮਨ ਵਿੱਚ ਬੜਾ ਮਾਣ ਹੋ ਗਿਆ ਵੀ ਮੈਂ ਬੜਾ ਮਹਾਨ ਹੈ, ਲੱਗਦਾ ਵੀ ਮੇਰੇ ਕੋਲ ਤਾਂ ਬਹੁਤੀ ਵਿਦਿਆ ਹੈ। ਉਹ ਵੀ ਆਪਣੇ ਮਾਣ 'ਚ ਚੱਲਣ ਲੱਗ ਗਿਆ। ਇੱਕ ਦਿਨ ਕਥਾ ਕਰਦਿਆਂ ਕਥਾ ਵਿੱਚ ਇੱਕ ਪ੍ਰਸੰਗ ਆ ਗਿਆ, ਜਿਹਦੇ 'ਚ ਇਹ ਪ੍ਰਸੰਗ ਆਇਆ ਵੀ ਜਦੋਂ ਬੰਦਾ ਸੰਸਾਰ ਤੋਂ ਜਾਂਦਾ ਹੈ ਨਾ, ਉਹਨੂੰ ਲੋਕ ਤੋਂ ਪ੍ਰਲੋਕ ਤੱਕ ਜਾਂਦਿਆਂ 1 ਸਾਲ ਦਾ ਸਮਾਂ ਲੱਗ ਜਾਂਦਾ। ਉਹਦੀ ਆਤਮਾ ਨੂੰ, ਸੂਖਮ ਸਰੀਰ ਨੂੰ ਇੱਥੋਂ ਪ੍ਰਲੋਕ ਤੱਕ ਜਾਂਦਿਆਂ 1 ਸਾਲ ਲੱਗ ਜਾਂਦਾ। ਉਹਨੇ ਵੇਦਾਂ ਪੁਰਾਣਾਂ ਦੇ ਅਨੁਸਾਰ ਉਹ ਕਥਾ ਕੀਤੀ। ਸਿੱਖਾਂ ਨੇ, ਸੰਗਤਾਂ ਨੇ ਸੁਣ ਲਈ। ਕਥਾ ਸਮਾਪਤ ਕਰਕੇ ਗੁਰੂ ਸਾਹਿਬ ਨੂੰ ਨਮਸਕਾਰ ਕਰਕੇ ਪੰਡਤ ਬਾਹਰ ਨਿਕਲ ਰਿਹਾ ਸੀ ਤੇ 4 ਸਿੱਖ ਬਾਹਰ ਖਲੋਤੇ ਸੀ। ਭਾਈ ਸੁੰਦਰ, ਭਾਈ ਲਾਲਾ, ਭਾਈ ਆਨੰਦ, ਭਾਈ ਮਇਆ, 4 ਸਿੱਖ ਬਾਹਰ ਖਲੋਤੇ, ਆਪਸ ਵਿੱਚ ਗੱਲਬਾਤ ਚੱਲ ਰਹੀ ਸੀ। ਉਹ ਸਿੱਖ ਕਹਿੰਦੇ ਵੀ ਅੱਜ ਪੰਡਤ ਨੇ ਕਥਾ ਕੀਤੀ ਤੇ ਸੁਣੀ ਜੇ? ਦੂਜੇ ਕਹਿੰਦੇ ਵੀ ਸੁਣੀ ਤਾਂ ਹੈ। ਕਹਿੰਦੇ ਫਿਰ ਕੀ ਵਿਚਾਰ ਉਹਦੇ ਬਾਰੇ? ਪੰਡਤ ਕਹਿੰਦਾ ਵੀ 1 ਸਾਲ ਲੱਗ ਜਾਂਦਾ ਉੱਥੇ ਪਹੁੰਚਦੇ। ਉਹਦੇ ਚੋਂ ਪਹਿਲਾ ਸਿੱਖ ਕਹਿੰਦਾ ਵੀ ਸਾਲ ਲੱਗ ਜਾਂਦਾ ਹੋਵੇਗਾ, ਪੰਡਤ ਦੀ ਗੱਲ ਨਾਲ ਸਹਿਮਤ ਆ, ਪਰ ਮੈਨੂੰ ਆਪਣੇ ਗੁਰੂ ਹਰਗੋਬਿੰਦ ਸਾਹਿਬ ਤੇ ਇੰਨਾ ਭਰੋਸਾ ਹੈ ਵੀ ਜਿਹੜਾ ਪੰਡਤ ਕਹਿੰਦਾ 1 ਸਾਲ 'ਚ ਉੱਥੇ ਜਾਵੇਗਾ, ਮੈਂ 4 ਪੈਰਾਂ 'ਚ ਉੱਥੇ ਪਹੁੰਚ ਜਾਵਾਂਗਾ। 4 ਪੈਰਾਂ 'ਚ 3 ਘੰਟਿਆਂ ਦਾ 1 ਪੈਰ ਹੁੰਦਾ ਹੈ, ਭਾਵ ਮੈਂ ਉੱਥੇ 12 ਘੰਟਿਆਂ 'ਚ ਪਹੁੰਚ ਜਾਵਾਂਗਾ। ਉਹਦੇ ਸਿੱਖ ਦਾ ਕਹਿਣ ਭਾਵ ਉਹ 365 ਦਿਨਾਂ ਵਿੱਚ ਕਹਿ ਰਿਹਾ, ਉਹ ਕੇਵਲ 12 ਘੰਟੇ ਕਹਿ ਰਿਹਾ। ਦੂਜਾ ਸਿੱਖ ਕਹਿੰਦਾ ਮੈਨੂੰ ਗੁਰੂ ਹਰਗੋਬਿੰਦ ਸਾਹਿਬ ਤੇ ਇੰਨਾ ਭਰੋਸਾ ਵੀ ਮੈਂ ਇਹ ਪੈਂਡਾ 3 ਪੈਰਾਂ 'ਚ ਤੈਅ ਕਰ ਜਾਵਾਂਗਾ 9 ਘੰਟਿਆਂ 'ਚ। ਤੀਜਾ ਕਹਿੰਦਾ ਮੈਨੂੰ ਗੁਰੂ ਹਰਗੋਬਿੰਦ ਸਾਹਿਬ ਤੇ ਇੰਨਾ ਮਾਣ ਹੈ ਵੀ ਮੈਂ ਇਹ ਪੈਂਡਾ 2 ਪੈਰਾਂ 'ਚ ਤੈਅ ਕਰ ਜਾਵਾਂਗਾ, 6 ਘੰਟਿਆਂ 'ਚ ਉੱਥੇ ਪਹੁੰਚ ਜਾਵਾਂਗਾ ਸੱਚਖੰਡ।
ਚੌਥਾ ਕਹਿੰਦਾ ਵੀ ਮੈਂ ਗੁਰੂ ਹਰਗੋਬਿੰਦ ਸਾਹਿਬ ਤੇ ਮਾਣ ਭਰੋਸਾ ਕਰਕੇ ਕਹਿੰਦਾ ਮੈਂ ਇੱਕ ਪੈਰ 'ਚ ਉੱਥੇ ਚਲਾ ਜਾਵਾਂਗਾ 3 ਘੰਟਿਆਂ 'ਚ। ਹੁਣ ਪੰਡਿਤ ਵਿਦਵਾਨ ਲਾਗੋਂ ਲੰਘਣ ਲੱਗਿਆ ਤੇ ਉਹਨੇ ਜਦੋਂ ਇਹ ਗੱਲ ਸੁਣੀ, ਉਹ ਹੁਣ ਵਿਦਵਾਨ ਸੀ ਤਾਂ ਇੱਕ ਜਿੰਨਾ ਕਈ ਵਾਰ ਬੰਦਾ ਵਿਦਵਾਨ ਹੋਵੇ ਜੇ ਉਹਦੇ ਕੋਲ ਬੰਦਗੀ ਨਾ ਹੋਵੇ ਤਾਂ ਉਹ ਹੰਕਾਰ ਵੀ ਉਨਾ ਹੀ ਜ਼ਿਆਦਾ ਹੁੰਦਾ ਹੈ। ਇਹ ਮੈਂ ਕਈ ਵਾਰ ਬੇਨਤੀ ਕਰਦਾ, ਸੇਵਾ ਕਰਨ ਵਾਲਾ ਸੇਵਾਦਾਰ, ਦਾਨ ਕਰਨ ਵਾਲਾ ਦਾਨੀ ਤੇ ਵਿਦਵਾਨ ਗਿਆਨੀ ਜੇ ਰੱਬ ਦੇ ਨਾਮ ਦਾ ਜਪ ਨਹੀਂ ਕਰੇਗਾ ਤਿੰਨੇ ਹੰਕਾਰੀ ਹੋ ਜਾਣਗੇ, ਅੱਤ ਦੇ ਹੰਕਾਰੀ ਮਿਲਣਗੇ। ਦਾਨ ਕਰਨ ਵਾਲੇ ਹੰਕਾਰੀ ਮਿਲਣਗੇ, ਮੈਂ ਇੰਨਾ ਦਾਨ ਕਰਦਾ, ਆਹ ਕੁਝ ਦੇਣਾ ਹੈ। ਤਾਂ ਬਾਣੀ ਉਹਨੂੰ ਕੀ ਕਹਿੰਦੀ ਹੈ? ਤੀਰਥ ਵਰਤ ਅਰ ਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨਿਫਲ ਜਾਤ ਹੈ ਜਿਉਂ ਕੁੰਚਰ ਇਸ਼ਨਾਨ। ਕੁੰਚਰ ਕਹਿੰਦੇ ਹਾਥੀ ਨੂੰ। ਹਾਥੀ ਨੂੰ ਕਦੇ ਨਵਾਉਂਦਿਆਂ ਦੇਖ ਲਿਓ, ਹਾਥੀ ਨਹਾਉਣ ਤੋਂ ਬਾਅਦ ਸੁੰਨ 'ਚ ਘੱਟਾ ਪਾ ਕੇ ਆਪਣੇ ਸਿਰ 'ਚ ਖੇਤ ਜ਼ਰੂਰ ਪਾਉਂਦਾ ਹੈ। ਹਾਥੀ ਦਾ ਸੁਭਾਅ ਹੈ, ਜਦੋਂ ਉਹਨੂੰ ਨਵਾ ਦਈਏ ਉਹ ਫਿਰ ਸੁੰਨ 'ਚ ਘੱਟਾ ਪਾ ਕੇ ਆਪਣੇ ਪਿੰਡ 'ਤੇ ਸੁੱਟ ਲੈਂਦਾ ਹੈ। ਬਾਣੀ ਕਹਿੰਦੀ ਹੈ ਜਿਹੜਾ ਤੀਰਥਾਂ ਦੇ ਯਾਤਰਾ ਕਰਕੇ, ਵਰਤ ਰੱਖ ਕੇ, ਦਾਨ ਪੁੰਨ ਕਰਕੇ ਹੰਕਾਰ ਕਰਦਾ ਮੈਂ ਦਾਨ ਬੜਾ ਕਰਦਾ, ਉਹ ਐਵੇਂ ਹੈ ਜਿਵੇਂ ਹਾਥੀ ਨਹਾਉਣ ਤੋਂ ਬਾਅਦ ਸਿਰ 'ਚ ਖੇਹ ਪਾ ਲੈਂਦਾ, ਉਹ ਵਿਅਰਥ ਗਵਾ ਲੈਂਦਾ। ਉਹਦਾ ਨਹਾਤਾ ਕਿਸੇ ਕੰਮ ਨਹੀਂ, ਉਹਦਾ ਦਾਨ ਕਿਸੇ ਕੰਮ ਨਹੀਂ। ਹੰਕਾਰ ਵਿਅਰਥ ਗਵਾ ਦਿੰਦਾ ਹੈ। ਉਹ ਦਾਨੀ ਹੰਕਾਰ ਕਰਦਾ ਜਿਸ ਕੋਲ ਪ੍ਰਮਾਤਮਾ ਦੇ ਨਾਮ ਦਾ ਜਪ ਨਹੀਂ ਹੈ। ਜਪ ਵਾਲਾ ਕਹੇਗਾ ਮਹਾਰਾਜ ਮੈਂ ਦਾਨ ਕੀ ਕਰ ਸਕਦਾ, ਤੈਨੂੰ ਤੇਰਾ ਦਿੱਤਾ ਹੋਇਆ ਹੈ, ਬਸ ਮੇਰੀ ਤੁੱਛ ਭੇਟਾ ਹੈ। ਸੇਵਾਦਾਰ ਵੀ ਜਿਹੜਾ ਸੇਵਾ ਕਰਨ ਵਾਲਾ, ਜੇ ਉਹਦੇ ਕੋਲ ਬੰਦਗੀ ਹੋਵੇਗੀ, ਜਪ ਹੋਵੇਗੀ, ਤਾਂ ਉਹ ਸੇਵਾਦਾਰ ਬਾਬਾ ਬਿਧੀ ਚੰਦ ਸਿੰਘ ਬਾਲ ਸੇਵਾ ਕਰਦਿਆਂ ਕਰਦਿਆਂ ਨਿਰੰਕਾਰ ਦਾ ਰੂਪ ਹੋ ਸਕਦਾ ਹੈ, ਗੁਰੂ ਦਾ ਰੂਪ ਹੋ ਸਕਦਾ ਹੈ। ਜੇ ਉਹਦੇ ਕੋਲ ਜਪ ਨਹੀਂ ਹੋਵੇਗਾ, ਉਹਦੀ ਸੇਵਾ ਵਿੱਚੋਂ ਵੀ ਹਉਮੈ ਪ੍ਰਗਟ ਹੋ ਜਾਏਗੀ। ਤੇ ਤਾਂ ਹੀ ਕਈ ਵਾਰ ਮੈਨੂੰ ਮਾਫ ਕਰਿਓ, ਬਰਤਨ ਮਾਂਜਣ ਵਾਲੇ ਬਰਤਨ ਹੀ ਚਲਾਉਣ ਲੱਗ ਪੈਂਦੇ ਇੱਕ ਦੂਜੇ ਵੱਲ। ਜੋੜੇ ਝਾੜਨ ਵਾਲੇ ਫਿਰ ਜੋੜੇ ਵਗਾਤੇ ਮਾਰ ਲੱਗ ਪੈਂਦੇ ਇੱਕ ਦੂਜੇ ਨੂੰ। ਪੁੱਛੋਗੇ ਹੱਦ ਹੋ ਗਈ, ਤੁਸੀਂ ਤਾਂ ਇੱਡੀ ਨਿਮਰਤਾ ਵਾਲੇ ਬੰਦੇ, ਸੰਗਤਾਂ ਦੇ ਜੋੜੇ ਝਾੜਦੇ ਪਏ ਸੀ, ਝੂਠੇ ਬਰਤਨ ਮਾਂਜਦੇ ਪਏ, ਕੀ ਬਣ ਗਿਆ ਹੈ? ਕੋਈ ਜਪ ਨਹੀਂ ਸੀ, ਹਉਮੈ ਨੇ ਨਹੀਂ ਟਿਕਣ ਦਿੱਤਾ। ਤੇ ਤੀਜਾ ਗਿਆਨਵਾਨ ਮਨੁੱਖ ਜਪ ਤੋਂ ਬਗੈਰ ਉਹ ਵੀ ਹੰਕਾਰ ਨਾਲ ਭਰਿਆ ਹੋਵੇਗਾ। ਤੇ ਗੁਰੂ ਗ੍ਰੰਥ ਸਾਹਿਬ ਦੇ ਅਣਭਾਵੀ ਮਹਾਂਪੁਰਖਾਂ ਦੇ ਅਨੁਸਾਰ ਤੇ ਕਹਿੰਦੇ ਵੀ ਹਜ਼ਾਰਾਂ ਚੋਂ ਕੋਈ ਗਿਆਨੀ ਤਰਦਾ ਨਹੀਂ ਤੇ ਸਭ ਡੁੱਬ ਜਾਂਦੇ, ਸਭ ਡੁੱਬ ਜਾਂਦੇ, ਕਿਉਂਕਿ ਉਹਨੂੰ ਆਪਣੀ ਵਿਦਿਆ ਦਾ ਹੰਕਾਰ ਹੁੰਦਾ ਹੈ, ਉਹਨੂੰ ਵਿਦਿਆ ਦਾ ਮਾਣ ਹੁੰਦਾ, ਉਹਦੀ ਹਰ ਗੱਲ 'ਚ ਤਰਕ ਪੈਦਾ ਹੋ ਜਾਂਦਾ, ਇਹ ਕਿਵੇਂ ਹੋ ਜਾਏਗਾ, ਇਹ ਕਿਵੇਂ ਹੋ ਜਾਏਗਾ। ਇਸ ਕਰਕੇ ਨਾ ਸਮਝਾਂ ਨੂੰ ਸਮਝਾਉਣਾ ਬਹੁਤ ਸੌਖਾ ਹੈ, ਵਿਦਵਾਨਾਂ ਨੂੰ ਸਮਝਾਉਣਾ ਬਹੁਤ ਔਖਾ, ਕਿਉਂਕਿ ਉਹ ਜਿੱਦ ਨਹੀਂ ਛੱਡੇਗਾ ਕਦੀ। ਨਾ ਸਮਝ ਬੰਦੇ ਨੂੰ ਕਹੋ ਆ ਗੱਲ ਐਵੇਂ ਨਹੀਂ, ਐਵੇਂ, ਉਹ ਮੰਨ ਜਾਏਗਾ। ਤੋ ਜਿਹੜਾ ਆਪਣੇ ਆਪ ਨੂੰ ਵਿਦਵਾਨ ਗਿਆਨ ਸਮਝਦਾ ਉਹਨੂੰ ਕਿ ਦੱਸੋਗੇ ਉਹ ਅੜ ਜਾਏਗਾ, ਭਾਵੇਂ ਉਹਨੂੰ ਪਤਾ ਮੈਂ ਝੂਠਾ, ਪਰ ਉਹ ਹਾਰ ਨਹੀਂ ਮੰਨੇਗਾ। ਕਿਉਂ? ਉਹਦੀ ਵਿਦਿਆ ਹੰਕਾਰ ਬਣ ਕੇ ਗਾੜੀ ਆ ਗਈ। ਤੋ ਪੰਡਤ ਨੇ ਜਿਉਂ ਸੁਣਿਆ ਤੇ ਉਹਨੇ ਮਨ 'ਚ ਖਿਆਲ ਕੀਤਾ, ਮੈਂ ਏਡਾ ਵਿਦਵਾਨ, ਗ੍ਰੰਥਾਂ ਦਾ ਇਹ ਗੁਰੂ ਦੇ ਅਨਪੜ੍ਹ ਸਿੱਖ ਨੇ, ਊੜਾ ਐੜਾ ਤੱਕ ਨਹੀਂ ਜਾਣਦੇ, ਇਹਨਾਂ ਨੂੰ ਕੀ ਪਤਾ ਹੈ ਮੈਂ ਸੰਸਕ੍ਰਿਤ ਦਾ ਐਡਾ ਵੱਡਾ ਵਿਦਵਾਨ, ਫਾਰਸੀ ਦਾ ਐਡਾ ਵੱਡਾ ਵਿਦਵਾਨ ਹਾਂ। ਤੇ ਇਹ ਇਹੋ ਜਿਹੀਆਂ ਗੱਲਾਂ ਕਰਦੇ, ਮੈਂ ਸਾਲ ਦੀ ਗੱਲ ਕਰਦਾ ਤੇ 3 ਘੰਟਿਆਂ ਦੀ ਗੱਲ ਕਰਦਾ। ਉਹ ਮੁੜਿਆ ਫਿਰ ਗੁਰੂ ਦੇ ਕੋਲ ਤੇ ਚੌਹਾਂ ਨੂੰ ਨਾਲ ਲੈ ਗਿਆ। ਮਾਰ ਕਹਿੰਦੇ ਪੰਡਤ ਜੀ ਵਾਪਸ ਆ ਗਏ, ਕਹਿੰਦੇ ਇੱਕ ਫੈਸਲਾ ਕਰਾਉਣਾ ਤੁਹਾਡੇ ਕੋਲ। ਮਾਰ ਕਹਿੰਦਾ ਦੱਸੋ। ਕਹਿੰਦੇ ਮਹਾਰਾਜ ਅੱਜ ਮੈਂ ਵੇਦਾਂ ਸ਼ਾਸਤਰਾਂ ਦੇ ਅਨੁਸਾਰ ਕਥਾ ਕੀਤੀ ਹੈ ਤੇ ਉਹਦੇ ਵਿੱਚ ਲਿਖਿਆ ਵੀ 1 ਸਾਲ ਬੰਦੇ ਨੂੰ ਲੱਗਦਾ ਹੈ। ਤੁਹਾਡੇ ਆ 4 ਸਿੱਖ ਹੈ ਜਿਨ੍ਹਾਂ ਨੂੰ ਕੋਈ ਵਿਦਿਆ ਬਾਰੇ ਗਿਆਤ ਨਹੀਂ ਹੈ, ਇਹ ਕੋਈ 3 ਪੈਰਾਂ ਦੀ, ਕੋਈ 4 ਪੈਰਾਂ ਦੀ ਗੱਲ ਕਰਦਾ, ਕੋਈ 2 ਤੇ ਕੋਈ 1 ਪੈਰ ਦੀ। ਹੁਣ ਮੈਨੂੰ ਇਹ ਨੰਨਾ ਕਰਕੇ ਦੱਸੋ, ਇਹ ਗ੍ਰੰਥ ਝੂਠੇ ਹੈ ਜਾਂ ਤੇਰੇ ਸਿੱਖ ਝੂਠੇ ਹੈ? ਤੇ ਬਾਣੀ ਨੇ ਕਿਸੇ ਗ੍ਰੰਥ ਨੂੰ ਝੂਠਾ ਨਹੀਂ ਦਰਸਾਇਆ। ਮਾਰ ਕਹਿੰਦੇ ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰ ਹੈ। ਕੋਈ ਗ੍ਰੰਥ ਇਹਦੇ ਝੂਠ ਨਹੀਂ ਹੈ, ਸਭ ਵਿੱਚ ਗਿਆਨ ਹੈ ਪ੍ਰਮਾਤਮਾ ਦਾ। ਝੂਠਾ ਤੇ ਉਹ ਜਿਹੜਾ ਇਹਨਾਂ ਦੇ ਵਿਚਾਰ ਨਹੀਂ ਕਰਦਾ, ਤੱਤ ਨੂੰ ਨਹੀਂ ਸਮਝਦਾ। ਮਹਾਰਾਜ ਕਹਿੰਦੇ ਨੇ ਭਾਈ ਗੁਰਦਾਸ ਜੀ ਤੁਸੀਂ ਜਵਾਬ ਦਿਓ ਪੰਡਤ ਦਾ, ਕਿਉਂਕਿ ਗੁਰੂ ਘਰ ਦੇ ਵੇਦ ਵਿਆਸ ਭਾਈ ਗੁਰਦਾਸ ਜੀ ਸਨ। ਭਾਈ ਸਾਹਿਬ ਨੇ ਬੜੇ ਪਿਆਰ ਨਾਲ ਕਿਹਾ ਪੰਡਤ ਜੀ ਦੋਵੇਂ ਹੀ ਸੱਚੇ ਹਨ। ਪੰਡਤ ਕਹਿੰਦਾ ਇਹ ਨੀਤੀ ਬਾਬਾ ਜੀ ਇੱਥੇ ਨਹੀਂ ਚੱਲਣੀ। ਤੁਸੀਂ ਮੇਰਾ ਵੀ ਮਾਣ ਰੱਖਦੇ ਹੋ ਤੇ ਸਿੱਖਾਂ ਦਾ ਵੀ ਮਾਣ ਰੱਖਦੇ ਹੋ। ਦੋਵੇਂ ਕਹਿਤਾ ਵੀ ਇਹਦੇ ਨਾਲ ਮੈਂ ਵੀ ਕਹਾਂ ਸੱਚਾ ਤੇ ਤੁਹਾਡੇ ਸਿੱਖ ਵੀ ਕਹਿਣ ਵੀ ਸਾਡਾ ਮਾਣ, ਦੋਵੇਂ ਇੱਕ ਹੈ।
ਤੇ ਦੋਵੇਂ ਸੱਚੇ ਨਹੀਂ ਹੋ ਸਕਦੇ, ਫਰਕ ਬੜਾ ਹੈ। ਇੱਕ 3 ਘੰਟਿਆਂ ਦੀ ਗੱਲ ਕਰ ਰਿਹਾ, ਇੱਕ ਸਾਲ ਦੀ 365 ਦਿਨਾਂ ਦੀ ਗੱਲ ਕਰ ਰਿਹਾ, ਦੋਵੇਂ ਸੱਚੇ ਕਿਵੇਂ ਹੋ ਗਏ? ਇੱਕ ਨਿਰਣਾ ਕਰੋ। ਭਾਈ ਗੁਰਦਾਸ ਜੀ ਨੇ ਕਿਹਾ, ਪੰਡਤ ਜੀ ਐਵੇਂ ਹੈ, ਜਿਹੜੇ ਵੇਦਾਂ ਸ਼ਾਸਤਰਾਂ ਦੀ ਤੁਸੀਂ ਕਥਾ ਕਰ ਰਹੇ ਹੋ, ਇਹਦੇ ਵਿੱਚ ਪਾਪੀ ਤੇ ਪੁੰਨੀਆਂ ਮਨੁੱਖਾਂ ਦੀ ਬਾਤ ਹੈ। ਗੁਰੂ ਕਾ ਸਿੱਖ ਪਾਪ ਤੇ ਪੁੰਨ ਤੋਂ ਰਹਿਤ ਹੁੰਦਾ ਹੈ, ਪੁੰਨੀ ਪਾਪੀ ਅੱਖ ਨਾ ਰਹਿਤ ਹੈ। ਗੁਰੂ ਕੇ ਸਿੱਖ ਨੇ ਪਾਪ ਤਾਂ ਕਰਨਾ ਕੀ ਹੈ, ਤੇ ਗੁਰੂ ਕਾ ਸਿੱਖ ਕਿਸੇ ਫਲ ਦੀ ਇੱਛਾ ਵਾਸਤੇ ਕਦੀ ਕੋਈ ਪੁੰਨ ਵੀ ਨਹੀਂ ਕਮਾਉਂਦਾ, ਮੈਨੂੰ ਆਹ ਫਲ ਮਿਲ ਜੇ, ਆਹ ਫਲ ਮਿਲ ਜੇ। ਜੇ ਕਈ ਲੋਕ ਪੁੰਨ ਕਰਦੇ ਉਹ ਫਲ ਦੀ ਇੱਛਾ ਨਾਲ ਕਰਦੇ, ਗੁਰੂ ਕਾ ਸਿੱਖ ਕਿਸੇ ਫਲ ਦੀ ਇੱਛਾ ਨਾਲ ਪੁੰਨ ਨਹੀਂ ਕਰਦਾ, ਸੁਭਾਵਿਕ ਸੇਵਾ ਕਰਦਾ ਪਰਉਪਕਾਰੀ। ਤੇ ਪਾਪ ਤੇ ਸਿੱਖ ਨੇ ਕਰਨਾ ਹੀ ਕੀ ਹੈ, ਸਿੱਖ ਦੀ ਗੱਲ ਹੋਵੇ। ਤਾਂ ਜਿਹੜੀ ਕਥਾ ਤੁਸੀਂ ਕੀਤੀ ਇਹਦੇ ਵਿੱਚ ਪਾਪੀ ਪੁੰਨੀਆਂ ਦੀ ਗੱਲ ਹੈ, ਗੁਰੂ ਕੇ ਸਿੱਖਾਂ ਦੀ ਨਹੀਂ। ਇੰਨਾ ਸਿਧਾਂਤ ਵੱਖਰਾ। ਪੰਡਤ ਕਹਿੰਦਾ ਪਰ ਮੈਨੂੰ ਯਕੀਨ ਨਹੀਂ ਆਉਂਦਾ, ਕਿਵੇਂ ਹੋ ਸਕਦਾ ਹੈ, ਕਿਵੇਂ ਹੋ ਸਕਦਾ ਹੈ? ਭਾਈ ਗੁਰਦਾਸ ਨੇ ਕਿਹਾ ਇਹਦਾ ਯਕੀਨ ਇੱਕ ਤਰੀਕੇ ਨਾਲ ਹੀ ਆ ਸਕਦਾ ਹੈ, ਜੇ ਤੁਸੀਂ ਗੁਰੂ ਘਰ ਵਿੱਚ ਆਪਣੀ ਵਿਦਿਆ ਦਾ ਮਾਣ ਛੱਡ ਕੇ ਸੇਵਾ ਕਰੋ, ਗੁਰੂ ਦੇ ਸ਼ਬਦ ਦੀ ਕਮਾਈ ਕਰੋ, ਫਿਰ ਤੁਹਾਨੂੰ ਇਸ ਗੱਲ ਦਾ ਯਕੀਨ ਭਰੋਸਾ ਜ਼ਰੂਰ ਆ ਸਕਦਾ ਹੈ। ਵੈਸੇ ਮੈਂ ਤੁਹਾਨੂੰ ਭਰੋਸਾ ਕਿਵੇਂ ਦਿਵਾਵਾਂ? ਪੰਡਤ ਮੰਨ ਗਿਆ, ਚਲੋ ਵਿਦਵਾਨ ਸੀ, ਮੰਨ ਗਿਆ। ਉਹਨੇ ਸੇਵਾ ਸ਼ੁਰੂ ਕਰਤੀ ਸਿੱਖਾਂ ਨਾਲ ਉਸੇ ਤਰ੍ਹਾਂ ਹੀ, ਬਰਤਨ ਮਾਂਜਣੇ, ਝਾੜੂ ਦੇਣਾ, ਜੋੜੇ ਝਾੜਨੇ, ਤੇ ਗੁਰੂ ਹਰਗੋਬਿੰਦ ਸਾਹਿਬ ਦੇ ਕਹਿਣ ਦੇ ਅਨੁਸਾਰ ਅੰਮ੍ਰਿਤ ਵੇਲੇ ਉੱਠ ਕੇ ਚੌਂਕੜਾ ਮਾਰ ਕੇ ਵਾਹਿਗੁਰੂ ਵਾਹਿਗੁਰੂ ਦਾ ਜਪ ਕਰਨਾ, ਬਾਣੀ ਦਾ ਨਿਤਨੇਮ ਕਰਨਾ, ਸੁਖਮਨੀ ਸਾਹਿਬ ਪੜ੍ਹਨਾ। ਇਤਿਹਾਸ ਪੜ੍ਹੋ, ਗੁਰੂ ਹਰਗੋਬਿੰਦ ਸਾਹਿਬ ਜੀ ਗੌੜੀ ਸੁਖਮਨੀ ਸਾਹਿਬ ਦੇ ਬਾਣੀ ਦੇ ਬਹੁਤ ਪ੍ਰੇਮੀ ਸਨ, ਬਹੁਤ ਇਹ ਬਾਣੀ ਪੜ੍ਹਦੇ ਸੀ ਸੁਖਮਨੀ ਸਾਹਿਬ ਦੀ। ਮਾਤਾ ਗੰਗਾ ਜੀ ਬਹੁਤ ਪੜ੍ਹਦੇ ਸੀ, ਮਾਤਾ ਗੁਜਰੀ ਜੀ ਬਹੁਤ ਪੜ੍ਹਦੇ, ਸਾਰੇ ਗੁਰੂ ਸਾਹਿਬਾਂ ਪੜ੍ਹੀ, ਪਰ ਜਿਨ੍ਹਾਂ ਬਾਰੇ ਵਿਸ਼ੇਸ਼ ਕਰਕੇ ਜ਼ਿਆਦਾ ਆਇਆ। ਉਹ 6 ਮਹੀਨੇ ਜਦੋਂ ਕਰਦਾ ਰਿਹਾ ਤੇ ਅਵਸਥਾ ਬਣੀ, ਸੇਵਾ ਵੀ ਸੀ, ਸਿਮਰਨ ਸੀ, ਬੈਲੈਂਸ ਬਣ ਗਿਆ, ਅਵਸਥਾ ਬਣ ਗਈ। 6 ਮਹੀਨਿਆਂ ਬਾਅਦ ਪੰਡਤ ਸੰਗਤ ਵਿੱਚ ਆਇਆ। ਭਾਈ ਗੁਰਦਾਸ ਜੀ ਕਹਿੰਦੇ, ਪੰਡਤ ਜੀ ਦੱਸੋ ਹੁਣ ਸਿੱਖ ਝੂਠ ਬੋਲਦੇ ਐ ਜਾਂ ਗ੍ਰੰਥ, ਕਿ ਦੋਵੇਂ ਠੀਕ ਹੈ, ਕਿਹੜਾ ਸਹੀ ਗਲਤ ਆ? ਪੰਡਤ ਕਹਿੰਦਾ ਜੀ ਦੋਵੇਂ ਹੀ ਗਲਤ। ਭਾਈ ਸਾਹਿਬ ਕਹਿੰਦੇ ਇਹ ਕਿਵੇਂ? ਥੋੜਾ ਮੁਸਕਰਾ ਕੇ ਕਹਿੰਦਾ ਜੀ ਦੋਵੇਂ ਗਲਤ। ਕਹਿੰਦੇ ਜੀ ਇਹ ਕਿਵੇਂ? ਕਹਿੰਦਾ ਵੇਦ ਸ਼ਾਸਤਰ ਸਾਲ ਦੀ ਗੱਲ ਕਰਦੇ ਐ, ਗੁਰੂ ਕੇ ਸਿੱਖ 12, 9, 6, 3 ਘੰਟਿਆਂ ਦੀ ਗੱਲ ਕਰਦੇ ਐ, ਪਰ ਮੈਨੂੰ ਗੁਰੂ ਹਰਗੋਬਿੰਦ ਸਾਹਿਬ ਤੇ ਇੰਨਾ ਭਰੋਸਾ ਹੈ, ਜਿਹੜੇ ਗ੍ਰੰਥ 1 ਸਾਲ ਦੀ ਗੱਲ ਕਰਦੇ, ਮੈਂ ਅੱਖ ਚਮਕਣ ਦੇ ਸਮਝ ਉੱਥੇ ਪਹੁੰਚ ਜਾਵਾਂਗਾ। ਅੱਖ ਚਮਕਣ ਦੇ ਸਮਝ, ਇਹ ਅਵਸਥਾ ਬਣ ਗਈ। ਅੱਖ ਚਮਕਣ 'ਚ ਕਿੰਨਾ ਕੁ ਸਮਾਂ ਲੱਗਦਾ? ਇੱਕ ਖਿਣ, ਇਹਨੂੰ ਕਹਿੰਦੇ ਇੱਕ ਛਿਣ, ਇੰਨੇ ਸਮਝ ਉੱਥੇ ਪਹੁੰਚ ਜਾਂਦਾ, ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਇੱਕ ਚਿੱਤ ਇੱਕ ਛਿਣ ਜਿਹਾ ਧਿਆਇਓ, ਕਾਲ ਫਾਂਸ ਕੇ ਵਿੱਚ ਨਾ ਆਇਆ। ਤੋ ਜੀਵਨ ਸਫਲ ਹੋ ਗਿਆ ਗੁਰੂ ਹਰਗੋਬਿੰਦ ਸਾਹਿਬ ਦੀ ਸੰਗਤ ਕਰਕੇ। ਤੋ ਸਾਧੂ ਦੀ ਸੰਗਤ ਕਰਕੇ ਇੱਥੇ ਮਹਾਰਾਜ ਕਹਿੰਦੇ ਜਨਮ ਸਫਲਾ ਹੋ ਜਾਂਦਾ ਹੈ, ਸੰਸਾਰ ਤੇ ਆਇਆ ਸਫਲਾ ਹੋ ਜਾਂਦਾ ਹੈ, ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਸਾਧ ਕੈ ਸੰਗ ਨਹੀਂ ਕਛ ਕਾਲ, ਸਾਧੂ ਦੀ ਸੰਗਤ ਕਰਨ ਦੇ ਨਾਲ ਫਿਰ ਕੋਈ ਵਿਸ਼ੇਸ਼ ਘਾਲਣ ਦੀ ਲੋੜ ਨਹੀਂ ਪੈਂਦੀ, ਆਪਣੀ ਸਮਝ ਦੇ ਮੁਤਾਬਕ। ਫਿਰ ਕੋਈ ਯੋਗ ਕਰਨ ਦੀ ਲੋੜ ਨਹੀਂ, ਕੋਈ ਧੂਣੀਆਂ, ਕੋਈ ਜਲ ਧਾਰੇ, ਕੋਈ ਪੁੱਠੇ ਲੜਕਣ ਦੀ, ਕੋਈ ਘਰ ਪਰਿਵਾਰ ਛੱਡਣ ਦੀ, ਇਹੋ ਜਿਹੇ ਕਰਮ ਕਰਨ ਦੀ ਲੋੜ ਨਹੀਂ ਹੈ। ਐਸੇ ਸਾਧੂਆਂ ਦੀ ਸੰਗਤ ਕਰਕੇ ਬਹੁਤੀ ਘਾਲਣਾ ਦੀ ਲੋੜ ਨਹੀਂ। ਕਿਉਂ? ਸਾਧੂ ਦੇ ਕੋਲ ਜਾ ਕੇ ਕੁਝ ਸਮਝਣਾ ਨਹੀਂ ਹੁੰਦਾ, ਸਾਧੂ ਦੇ ਕੋਲ ਜਾ ਕੇ ਬਸ ਆਪਣੀ ਸਮਝ ਛੱਡਣੀ ਹੁੰਦੀ ਹੈ। ਆਪਣੀ ਸਮਝ ਹੀ ਸਾਰੇ ਵਿਵਾਦਾਂ ਦਾ ਕਾਰਨ ਹੈ। ਗੁਰੂ ਕੋਲ ਜਾ ਕੇ ਜਦੋਂ ਆਪਾਂ ਜਾਣੇ, ਕੀ ਕਰਨ ਜਾਣੇ? ਬਸ ਆਪਣੀ ਅਕਲ ਨੂੰ ਛੱਡਣਾ ਹੈ। ਜਦੋਂ ਆਪਣੀ ਸਮਝ ਨੂੰ ਛੱਡ ਦਿਆਂਗੇ ਬਸ ਖੇਡ ਬਣ ਜਾਏਗੀ। ਆਪਣੀ ਸਮਝ ਮਨੁੱਖ ਨਹੀਂ ਛੱਡਦਾ, ਆਪਣੀ ਸਿਆਣਪ ਨੂੰ ਨਹੀਂ ਛੱਡਦਾ, ਤੇ ਸਿਆਣਪਾਂ ਦੇ ਨਾਲ ਪ੍ਰਾਪਤੀ ਨਹੀਂ ਹੁੰਦੀ। ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਗੁਰ ਕੀ ਮਤ ਤੂੰ ਲਹੇ ਇਆਨੇ, ਭਗਤ ਬਿਨਾ ਬਹੁ ਡੁੱਬੇ ਸਿਆਣੇ। ਡੁੱਬ ਗਏ ਬੜੇ ਭਗਤ, ਜਿਹੜੇ ਕਹਿੰਦੇ ਸੀ ਵਾਹਿਗੁਰੂ ਵਾਹਿਗੁਰੂ ਕਰਨ ਨਾਲ ਕੀ ਹੋਵੇਗਾ, ਰਾਮ ਰਾਮ ਕਹਿਣ ਨਾਲ ਕੀ ਹੋਏਗਾ, ਅੱਲਾ ਅੱਲਾ ਨਾਲ ਕੀ ਹੋ ਜਾਏਗਾ, ਆਪਣੀ ਸਿਆਣਪ ਨੂੰ ਅੱਗੇ ਰੱਖਦੇ ਸੀ। ਕੋ ਸਾਧੂ ਦੇ ਨਾਲ ਜਾ ਕੇ ਫਿਰ ਬਹੁਤ ਵੱਡੀ ਕੋਈ ਘਾਲਣ ਦੀ ਲੋੜ ਨਹੀਂ ਹੈ। ਦਰਸ਼ਨ ਭੇਟਤ ਹੋਤ ਨਿਹਾਲ, ਕਿਉਂਕਿ ਉਹਨਾਂ ਦਾ ਦਰਸ਼ਨ ਕਰਨ ਦੇ ਨਾਲ ਹੀ ਅੰਦਰ ਨੂੰ ਆਨੰਦ ਪ੍ਰਾਪਤ ਹੋ ਜਾਂਦਾ, ਅੰਦਰ ਨੂੰ ਪ੍ਰਸੰਨਤਾ ਪ੍ਰਾਪਤ ਹੋ ਜਾਂਦੀ, ਅੰਦਰ ਨੂੰ ਖੇੜਾ ਪੈਦਾ ਹੋ ਜਾਂਦਾ। ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਕਰਦੇ, ਮਹਾਰਾਜ ਦੇ ਕੋਲ ਆਉਣੇ, ਗੁਰੂ ਦੇ ਦਰਸ਼ਨ ਕਰਕੇ ਆਨੰਦ ਬਣ ਜਾਂਦਾ। ਇਹ ਆਪਾਂ ਵਚਨ ਪੜ੍ਹਦੇ ਆ ਨਾ,
ਕਿ ਸੱਚੇ ਪਾਤਸ਼ਾਹ ਦੇ ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾ ਸਾਹਮਣੇ। ਤਾਂ ਕੋਈ ਘਾਲਣਾ ਘਾਲਣੀ ਪਈ, ਬਸ ਗੁਰੂ ਦੇ ਦੀਦਾਰ ਕੀਤੇ ਅੰਦਰ ਆਨੰਦ ਨਾਲ ਭਰ ਗਿਆ। ਜਿਸ ਨੂੰ ਬਾਣੀ ਇਸ ਤਰ੍ਹਾਂ ਵੀ ਕਹਿੰਦੀ, ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ, ਜਿਹਦੇ ਦਰਸ਼ਨ ਕਰਕੇ ਅੰਦਰ ਨੂੰ ਆਨੰਦ ਮਿਲ ਜਾਏ ਉਹੀ ਤਾਂ ਗੁਰੂ ਹੈ। ਉਹੀ ਸਾਧੂ ਹੈ ਜਿਹਦੇ ਦਰਸ਼ਨ ਕਰੋ ਮਨ ਨੂੰ ਟਿਕਾ ਆਵੇ, ਸ਼ਾਂਤੀ ਆਵੇ, ਆਨੰਦ ਆਵੇ, ਰਸ ਆ ਜਾਏ। ਤੋ ਐਸੇ ਪੂਰੇ ਸਾਧੂ ਦੇ ਨਾਲ ਮਿਲਦਿਆਂ ਹੀ ਆਨੰਦ ਨਾਲ ਜੀਵਨ ਭਰ ਜਾਂਦਾ, ਕੋਈ ਘਾਲਣਾ ਦੀ ਲੋੜ ਨਹੀਂ। ਸਾਧ ਕਾ ਸੰਗ ਕਲੂਖਤ ਹਰਾ, ਸਾਧੂ ਦਾ ਸੰਗਤ ਕਰਨ ਦੇ ਨਾਲ ਕਲੂਖਤ ਜਿਹੜੇ ਕਾਲਖ ਵਾਲੇ ਪਾਪ ਹੁੰਦੇ ਨਾ ਨਾਸ਼ ਹੋ ਜਾਂਦੇ। ਜਿਸ ਨੂੰ ਕਹਿੰਦੇ ਨੇ ਬ੍ਰਾਹਮਣ ਕੈਲੀ ਘਾਤ ਕੰਜਕਾਂ ਅਣਚਾੜੀ ਕਾ ਧਾਨ, ਫਿੜਕ ਫਿੜਕਾਂ ਕੋੜ ਬਦੀਆਂ ਸਦਾ ਸਦਾ ਮਾਣ। ਚਾਰ ਇਹ ਕਿਲਵਿਖ ਕਲ ਬਹੁਤੇ ਮਾੜੇ ਪਾਪ ਨਖਿੱਧ ਮੰਨੇ ਗਏ ਆ। ਇਹ ਵੀ ਬ੍ਰਾਹਮਣ ਦਾ ਭਾਵ ਕਿਸੇ ਬ੍ਰਹਮ ਗਿਆਨੀ ਦਾ ਕਤਲ ਕਰ ਦੇਣਾ, ਗਾਂ ਦਾ ਕਤਲ ਕਰ ਦੇਣਾ, ਔਰ ਇਸੇ ਤਰ੍ਹਾਂ ਕਿਸੇ ਬੱਚੀ ਦਾ ਕਤਲ ਕਰ ਦੇਣਾ, ਔਰ ਇਸੇ ਤਰ੍ਹਾਂ ਵੇਸ਼ਵਾ ਦੇ ਹੱਥ ਦਾ ਖਾਣਾ ਖਾ ਲੈਣਾ। ਇਹਨੂੰ ਕਿਲਵਿਖ ਪਾਪ ਮੰਨੇ ਗਏ, ਬੜੇ ਘੋਰ। ਪਰ ਉਹ ਨਾਸ਼ ਹੋ ਸਕਦੇ ਐ ਸਾਧੂ ਦਾ ਸੰਗ ਕਰਨ ਨਾਲ, ਉਹਦੀ ਸੰਗਤ ਕਰਨ ਨਾਲ ਜੀ। ਸਾਧ ਕਾ ਸੰਗ ਨਰਕ ਪਰ ਹਰਾ, ਜੋ ਨਰਕ ਨੇ ਘੋਰ ਦੁੱਖ ਨੇ ਨਾ ਉਹ ਦੂਰ ਹੋ ਜਾਂਦੇ, ਪਰ ਹਰੇ ਨਾਸ਼ ਹੋ ਜਾਂਦੇ, ਪਾਸੇ ਹੋ ਜਾਂਦੇ ਐ। ਕਿਵੇਂ? ਸਾਧੂ ਦਾ ਸੰਗ ਕਰਨ ਦੇ ਨਾਲ ਜੀ। ਸਾਧ ਕਾ ਸੰਗ ਇਹਾ ਉਹਾ ਸੁਹੇਲਾ, ਸਾਧੂ ਦਾ ਸੰਗ ਕਰਨ ਦੇ ਨਾਲ ਇਹਾਂ ਹੁੰਦਾ ਲੋਕ ਤੇ ਉਹਾਂ ਹੁੰਦਾ ਪ੍ਰਲੋਕ। ਬੰਦੇ ਦਾ ਲੋਕ ਪ੍ਰਲੋਕ ਦੋਵੇਂ ਹੀ ਸੁਹੇਲੇ ਹੋ ਜਾਂਦੇ ਐ, ਸੁਖੀ ਹੋ ਜਾਂਦੇ। ਜਿਹਨੂੰ ਬਾਣੀ ਐਵੇਂ ਕਹਿੰਦੀ, ਇਹ ਲੋਕ ਸੁਖੀਏ ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਉਹਦਾ ਲੋਕ ਸੁਖੀਆ ਪ੍ਰਲੋਕ ਸੁਹੇਲਾ ਹੋ ਜਾਂਦਾ ਹੈ ਜੀ। ਸਾਧ ਸੰਗ ਬਿਸ਼ਰਤ ਹਰ ਮੇਲਾ, ਸਾਧੂ ਦਾ ਸੰਗ ਕਰਨ ਦੇ ਨਾਲ ਵਿਛੜੇ ਹੋਏ ਦਾ ਮਿਲਾਪ ਹੋ ਜਾਂਦਾ ਹੈ। ਜਿਹੜੀ ਆਤਮਾ ਸਾਡੀ ਕਰੋੜਾਂ ਜਨਮਾਂ ਦੀ ਪ੍ਰਮਾਤਮਾ ਨਾਲ ਵਿਛੜੀ ਹੋਈ ਹੈ ਨਾ, ਜਿਸ ਨੂੰ ਬਾਣੀ ਐਵੇਂ ਕਹਿੰਦੀ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲਿਖ ਹੈ, ਕਹੇ ਰਵਿਦਾਸ ਆਸ ਲਗ ਜੀਵੋ ਚਿਰ ਪਇਓ ਦਰਸ਼ਨ ਦੇਖ। ਅਸੀਂ ਰੱਬ ਨਾਲੋਂ ਵਿਛੜੇ ਆਂ। ਜੇ ਯਕੀਨ ਜਾਣੋ, ਅਨੁਭਵੀ ਕਹਿੰਦੇ ਨੇ ਹਜ਼ਾਰਾਂ ਜਨਮ ਬੰਦੇ ਨੂੰ ਇਹ ਨਹੀਂ ਪਤਾ ਲੱਗਦਾ ਮੈਂ ਰੱਬ ਨਾਲੋਂ ਵਿਛੜਿਆ ਹੋਇਆ, ਕੋਈ ਪਤਾ ਨਹੀਂ, ਕੋਈ ਪਤਾ ਨਹੀਂ। ਜਿਹੜੀ ਬੰਦੇ ਦੇ ਅੰਦਰ ਸੁੱਖ ਦੀ ਖਿੱਚ ਆ ਨਾ, ਮੈਨੂੰ ਸੁੱਖ ਚਾਹੀਦਾ, ਸੁੱਖ ਚਾਹੀਦਾ, ਉਹ ਕਿਉਂ ਹੈ? ਕਿਉਂਕਿ ਸਾਡੀ ਆਤਮਾ ਨੇ ਪ੍ਰਮਾਤਮਾ ਦੇ ਨਾਲ ਪਰਮ ਸੁੱਖ ਮਾਣਿਆ। ਹੁਣ ਆਤਮਾ ਵਿਛੜੀ ਹੈ, ਇਹ ਸੁੱਖ ਲੋਚਦੀ ਹੈ। ਮਨੁੱਖ ਇਹਨੂੰ ਬਾਹਰੋਂ ਸੁੱਖ ਦੇਣ ਦਾ ਯਤਨ ਕਰਦਾ ਹੈ, ਧਨ ਨਾਲ, ਮਾਇਆ ਨਾਲ, ਸਰੀਰ ਦੇ ਭੋਗਾਂ ਨਾਲ, ਖਾਣ ਪੀਣ ਨਾਲ, ਬਸਤਰਾਂ ਨਾਲ, ਮਹਿਲਾਂ ਦੇ ਨਾਲ, ਵਧੀਆ ਸਾਧਨਾ ਦੇ ਨਾਲ। ਉਹ ਜਦੋਂ ਸੁੱਖ ਆਉਂਦੇ ਥੋੜਾ ਚਿਰ ਮਨ ਉਲਝਦਾ, ਫਿਰ ਉਪਰਾਮ ਹੋ ਜਾਂਦਾ। ਉਹ ਸੁੱਖ ਫਿਰ ਦੁੱਖ 'ਚ ਤਬਦੀਲ ਹੋ ਜਾਂਦੇ। ਜਿਹੜਾ ਸੁੱਖ ਆਤਮਾ ਲੱਭਦੀ ਹੈ ਉਹ ਹੈ ਪ੍ਰਮਾਤਮਾ ਦੇ ਮਿਲਾਪ ਦਾ। ਉਹ ਸੁੱਖ ਤਾਂ ਉਹਦੇ ਮਿਲਾਪ ਨਾਲ ਹੀ ਹੋਣਾ। ਇਸ ਕਰਕੇ ਸਾਧੂ ਦਾ ਸੰਗਤ ਜਿਹੜਾ ਆਪ ਮਿਲਿਆ ਹੋਇਆ ਹੈ ਉਹ ਮਿਲਾ ਦਿੰਦਾ, ਉਹਦੇ ਮਿਲਣ ਦੇ ਨਾਲ ਫਿਰ ਪਰਮ ਸੁੱਖ ਮਿਲ ਜਾਂਦਾ ਹੈ ਜੀ। ਜੋ ਇੱਛਾ ਸੋਈ ਫਲ ਪਾਵਾ, ਜੋ ਮਨੁੱਖ ਦੀ ਇੱਛਾ ਕਾਮਨਾ ਹੋਵੇ ਉਹ ਪੂਰੀ ਹੋ ਜਾਂਦੀ ਹੈ, ਉਹ ਫਲ ਉਹਨੂੰ ਪ੍ਰਾਪਤ ਹੋ ਜਾਂਦਾ ਹੈ। ਜਿਹੜਾ ਸਾਧੂ ਦਾ ਸੰਗ ਕਰਦਾ, ਸਾਧੂ ਦੇ ਸੰਗ ਕਰਨ ਦੇ ਨਾਲ ਉਹਦੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ। ਜਦੋਂ ਕੋਈ ਗੁਰੂ ਦਾ ਸੰਗ ਕਰਦਾ ਹੈ, ਨਾਮ ਜਪਦਾ ਹੈ, ਸਾਧੂ ਕੋਲ ਜਾਂਦਾ, ਉਹ ਨਾਮ ਨਾਲ ਜੋੜਦਾ, ਤੇ ਫਿਰ ਬਾਣੀ ਕਹਿੰਦੀ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੈ ਵਸ ਹੈ ਕਾਮ ਤੇ ਨਾ। ਸਾਰੀਆਂ ਇੱਛਾਵਾਂ ਨੂੰ ਪੂਰੀਆਂ ਕਰ ਦਿੰਦਾ। ਕੌਣ ਕਰ ਸਕਦਾ ਹੈ? ਵਾਹਿਗੁਰੂ ਪ੍ਰਮਾਤਮਾ ਦਾ ਨਾਮ। ਇੱਛਾ ਮਨੁੱਖ ਦੀ 5 ਪ੍ਰਕਾਰ ਦੀ ਹੁੰਦੀ। ਚਲੋ ਹੁਣ ਅਗਲੇ ਦੀਵਾਨ ਵਿੱਚ ਇਹਦੇ ਬਾਰੇ ਮੈਂ ਬੇਨਤੀ ਕਰਾਂਗਾ, ਜੇ ਚੇਤਾ ਰਹਿ ਗਿਆ। ਤਾਂ 5 ਤਰ੍ਹਾਂ ਦੀ ਇੱਛਾ ਹੁੰਦੀ ਹੈ ਮਨੁੱਖ ਦੀ। ਪਹਿਲੀ ਇੱਛਾ, ਮੇਰੇ ਕੋਲ ਧਨ ਦੌਲਤ ਕਦੀ ਨਾ ਮੁੱਕੇ। ਦੂਜੀ ਇੱਛਾ, ਸਾਡੇ ਘਰ 'ਚ, ਮੇਰੇ ਘਰ ਵਿੱਚ, ਪਰਿਵਾਰ 'ਚ ਸੁੱਖ ਰਵੇ, ਕਲੇਸ਼ ਝਗੜਾ ਨਾ ਪਵੇ। ਤੀਜੀ ਇੱਛਾ, ਮੇਰਾ ਮਾਣ ਸਤਿਕਾਰ ਸ਼ੋਭਾ ਹੋਵੇ। ਚੌਥੀ ਇੱਛਾ, ਮੇਰੇ ਸਰੀਰ ਨੂੰ ਕੋਈ ਰੋਗ ਨਾ ਲੱਗੇ। ਪੰਜਵੀਂ ਇੱਛਾ, ਮੈਂ ਰੱਬ ਦੇ ਘਰ ਦਰਗਾਹ 'ਚ ਪ੍ਰਵਾਨ ਹੋ ਜਾ। ਇਹਨਾਂ 5 'ਚ ਸਭ ਕੁਝ ਆ ਜਾਂਦਾ ਹੈ। ਇਹਨਾਂ 'ਚੋਂ ਹਜ਼ਾਰਾਂ ਲੱਖਾਂ ਛਾਵਾਂ ਨਿਕਲਦੀਆਂ। ਇਹ 5 ਹੀ ਪੂਰੀਆਂ ਹੋ ਸਕਦੀਆਂ। ਸਭੇ ਇੱਛਾ ਪੂਰੀਆਂ ਜਦ ਪਾਇਆ ਅਗਮ ਪਾਰਾ। ਸਾਧੂ ਦਾ ਸੰਗਤ ਕਰਨ ਨਾਲ ਜਦੋਂ ਹਰੀ ਦੇ ਨਾਮ ਦਾ ਜਪ ਕੀਤਾ ਹੈ, ਫਿਰ ਜੋ ਜੋ ਇੱਛਾ ਉਹ ਫਲ ਪ੍ਰਾਪਤ ਹੋ ਗਏ। ਅਸਲ ਵਿੱਚ ਜੋ ਇੱਛਾਵਾਂ ਮਨੁੱਖ ਰੱਖਦਾ ਹੈ ਅਧੂਰੀਆਂ ਰਹਿ ਜਾਂਦੀਆਂ। ਹਰ ਕਿਸੇ ਦੇ ਮਨ ਵਿੱਚ ਹੈ। ਜਦੋਂ ਕੋਈ ਨਾਮ ਨਾਲ ਜੁੜਦਾ ਹੈ ਤੇ ਸੱਚ ਹੈ, ਉਹਦੀਆਂ ਇੱਛਾ ਹੀ ਖਤਮ ਹੋ ਜਾਂਦੀਆਂ। ਬਾਬਾ ਬਿਧੀ ਚੰਦ ਸਾਹਿਬ ਨੂੰ ਗੁਰੂ ਹਰਗੋਬਿੰਦ ਸਾਹਿਬ ਇਹੋ ਹੀ ਕਹਿੰਦੇ, ਬਾਬਾ ਜੀ ਮੰਗੋ ਕੀ ਚਾਹੀਦਾ ਹੈ?
ਬਾਬਾ ਜੀ ਕਹਿੰਦੇ ਤੁੱਠੇ ਜੇ, ਕਹਿੰਦੇ ਮਹਾਰਾਜ ਕਹਿੰਦੇ ਗੁਰੂ ਨਾਨਕ ਦਾ ਕਰ ਤੁੱਠਾ ਹੈ। ਬਾਬਾ ਜੀ ਕਹਿੰਦੇ ਇੱਕੋ ਦਾਤ ਦਿਓ, ਮੰਗਣ ਦੀ ਇੱਛਾ ਹੀ ਖਤਮ ਕਰ ਦਿਓ, ਕੋਈ ਮੰਗ ਹੀ ਨਾ ਰਹਿ ਜਾ। ਉਹ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹਨਾਂ ਦੀਆਂ ਸਭ ਇੱਛਾਵਾਂ ਪੂਰੀਆਂ ਹੋ ਜਾਂਦੀਆਂ, ਵਾਸ਼ਨਾ ਖਤਮ ਹੀ ਹੋ ਜਾਂਦੀ ਹੈ, ਮੰਗ ਰਹਿੰਦੀ ਕੋਈ ਨਹੀਂ ਹੈ। ਜਿਹਨੂੰ ਪ੍ਰਮਾਤਮਾ ਦਾਤਾ ਮਿਲ ਜਾਏ ਸੰਗਤ ਜੀ, ਉਹਨੇ ਫਿਰ ਦਾਤਾਂ ਕੀ ਮੰਗਣੀਆਂ? ਇੱਕ ਇੱਕ ਚੀਜ਼ ਕੀ ਮੰਗੇਗਾ? ਜਦੋਂ ਮਾਲਕੀ ਮਿਲ ਗਿਆ, ਦਾਤਾਂ ਦੇ ਆਪੇ ਪਿੱਛੇ ਭੱਜੀਆਂ ਫਿਰਦੀਆਂ। ਮਹਾਰਾਜ ਦੇ ਕਹਿੰਦੇ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਰ ਹਿਰਦੇ ਸਦਾ ਵਸਾਏ, ਉਹ ਤਾਂ ਪਿੱਛੇ ਪਿੱਛੇ ਭੱਜੀਆਂ ਫਿਰਦੀਆਂ। ਫਿਰ ਇੱਥੇ ਮਹਾਰਾਜ ਕਹਿੰਦੇ ਸਾਰੀਆਂ ਛਾਵਾਂ ਉਹਨਾਂ ਦੀਆਂ ਫਿਰ ਸੰਗਤ ਜੀ ਪੂਰੀਆਂ ਹੁੰਦੀਆਂ ਨੇ। ਸਾਧ ਕਾ ਸੰਗ ਨਾ ਬਿਰਥਾ ਜਾਵਾ। ਸਾਧੂ ਦਾ ਕੀਤਾ ਹੋਇਆ ਸੰਗ, ਗੁਰੂ ਦੀ ਕੀਤੀ ਹੋਈ ਸੰਗਤ ਕਦੀ ਵਿਅਰਥ ਨਹੀਂ ਜਾਂਦੀ, ਕਦੇ ਹੀ ਵਿਅਰਥ ਨਹੀਂ ਜਾਏਗੀ। ਇਹਦਾ ਫਲ ਬੰਦੇ ਨੂੰ ਅਵੱਛ ਮਿਲਦਾ, ਜ਼ਰੂਰ ਮਿਲਦਾ ਹੈ। ਇਹ ਮਨੁੱਖ ਆਪਣੇ ਮਨ ਚੋਂ ਗੱਲ ਕੱਢਦੇ, ਮੈਂ ਗੁਰੂ ਕਰ ਗਿਆ, ਸੰਗਤ 'ਚ ਬੈਠਾ, ਕੀ ਹੋਇਆ? ਨਹੀਂ, ਇਹ ਕਦੀ ਵਿਅਰਥ ਨਹੀਂ ਜਾਏਗਾ ਬੈਠਣਾ। ਗੁਰੂ ਦੇ ਦਰ ਦੀ ਕੀਤੀ ਸੇਵਾ ਕਦੀ ਵਿਅਰਥ ਨਹੀਂ ਜਾਏਗੀ। ਸੰਗਤ ਦੇ ਵਿੱਚ ਬਹਿ ਕੇ ਗੁਰੂ ਦੀ ਬਾਣੀ ਦਾ ਸੁਣਿਆ, ਕੀਰਤਨ ਸੁਣੀ, ਕਥਾ ਬਾਣੀ ਕਦੀ ਵਿਅਰਥ ਨਹੀਂ ਜਾਏਗੀ, ਅਵੱਛ ਫਲ ਮਿਲੇਗਾ, ਇਹਦਾ ਜ਼ਰੂਰ ਬਰ ਜ਼ਰੂਰ ਮਿਲੇਗਾ। ਦੁਨੀਆ ਵਿੱਚ ਬੰਦਾ ਕਈ ਤਰ੍ਹਾਂ ਦੀ ਮਿਹਨਤ ਕਰੇ, ਉਹਦਾ ਫਲ ਮਿਲਣਾ ਜਾਂ ਨਹੀਂ ਮਿਲਣਾ ਯਕੀਨੀ ਨਹੀਂ ਹੈ, ਪਰ ਪ੍ਰਮਾਤਮਾ ਦੇ ਚਰਨਾਂ ਵਿੱਚ ਬੈਠਾ, ਗੁਰੂ ਦੇ ਚਰਨਾਂ ਵਿੱਚ ਬੈਠਾ ਮਨੁੱਖ ਯਕੀਨ ਕਰੇ ਇਹਦਾ ਫਲ ਅਵੱਛ ਮਿਲੇਗਾ ਤੇ ਜ਼ਰੂਰ ਬਰ ਜ਼ਰੂਰ ਮਿਲੇਗਾ। ਸੱਚੇ ਪਾਤਸ਼ਾਹ ਕਹਿੰਦੇ ਕਦੀ ਸਾਧੂ ਦਾ ਕੀਤਾ ਹੋਇਆ ਸੰਗ ਵਿਅਰਥ ਨਹੀਂ ਜਾਏਗਾ ਜੀ। ਪਾਰ ਬ੍ਰਹਮ ਸਾਧ ਰਿਦ ਬਸੈ। ਵਾਹਿਗੁਰੂ ਪ੍ਰਮਾਤਮਾ ਪਰਮੇਸ਼ਰ ਜਿਹੜਾ ਉਹ ਸਾਧੂ ਦੇ ਹਿਰਦੇ ਵਿੱਚ ਵਸਦਾ ਹੈ, ਉਹਦੇ ਹਿਰਦੇ ਵਿੱਚ ਉਹ ਵਸ ਰਿਹਾ ਹੈ ਪ੍ਰਮਾਤਮਾ। ਮੈਂ ਪਹਿਲਾਂ ਹੀ ਕਿਹਾ, ਵਸਦਾ ਤੇ ਸਭ ਦੇ ਹਿਰਦੇ ਵਿੱਚ ਹੀ ਹੈ, ਪ੍ਰਗਟ ਕੋਈ ਕੋਈ ਕਰਦਾ ਹੈ। ਜਿਸ ਨੇ ਪ੍ਰਗਟ ਕਰ ਲਿਆ ਉਹਨੂੰ ਕਿਹਾ ਜਾਂਦਾ ਇਹ ਸਾਧੂ ਹੈ, ਇਹ ਸੰਤ ਆ, ਇਹਨੇ ਜਪ ਕਰ ਕਰਕੇ ਪ੍ਰਮਾਤਮਾ ਨੂੰ ਪ੍ਰਗਟ ਕਰ ਲਿਆ। ਉਹ ਉਸ ਅਵਸਥਾ ਤੇ ਜਲਦਾ ਜਿਵੇਂ ਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਹਨ ਕਿ ਰੇ ਮਨ ਰਾਮ ਸਿਉ ਕਰ ਪ੍ਰੀਤ, ਸ਼ਰਵਣ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਜੀ। ਇੱਕੋ ਹੀ ਤਰੀਕਾ ਹੈ ਪ੍ਰਮਾਤਮਾ ਨੂੰ ਹਿਰਦੇ ਵਿੱਚ ਪ੍ਰਗਟ ਕਰਨ ਦਾ। ਮਨੁੱਖ ਦੀ ਜ਼ਬਾਨ ਵਾਹਿਗੁਰੂ ਵਾਹਿਗੁਰੂ ਜਪੇ, ਕੰਨ ਸੁਣ। ਅਨੁਭਵੀ ਮਹਾਂਪੁਰਖਾਂ ਨੇ ਬਾਣੀ ਵਿੱਚ ਸਤਿਗੁਰੂ ਨੇ ਇਹ ਜੁਗਤੀ ਦੱਸੀ ਹੈ, ਪਹਿਲਾਂ ਮਨੁੱਖ ਨੂੰ ਆਪਣੀ ਜ਼ਬਾਨ ਤੋਂ ਜਪ ਕਰਨਾ ਪਏਗਾ। ਜਿਉਂ-ਜਿਉਂ ਮਨੁੱਖ ਜਪ ਕਰੇਗਾ ਔਰ ਉਹਦੇ ਕੰਨ ਸੁਣਨਗੇ, ਖੇਡ ਬਣੇਗੀ, ਰਸ ਬਣੇਗੀ। ਪਰ ਜਿਸ ਤਰ੍ਹਾਂ ਅਨੁਭਵੀ ਮਹਾਂਪੁਰਖਾਂ ਦੇ ਇਹ ਬੋਲ ਹਨ ਕਿ ਜੇ ਕੋਈ ਜਪੀ ਜਾਏਗਾ, ਸੁਣੇਗਾ ਨਹੀਂ ਤਾਂ ਨਹੀਂ ਟਿਕਾ ਬਣੇਗਾ, ਰਸ ਨਹੀਂ ਬਣੇਗਾ। ਤਾਂ ਐਸੇ ਮਨੁੱਖ ਤੁਹਾਨੂੰ ਕਈ ਆਪਾਂ ਨੂੰ ਜ਼ਿੰਦਗੀ 'ਚ ਮਿਲ ਜਾਂਦੇ, ਜਿਹੜਾ ਕਹਿੰਦਾ ਮੈਂ 20 ਸਾਲ ਹੋ ਗਏ ਬੜਾ ਨਿਤਨੇਮ ਕੀਤਾ, ਇੰਨੇ ਪਾਠ ਸੁਖਮਨੀ ਸਾਹਿਬ ਦੇ ਵੀ ਕੀਤੇ ਐ, ਪਰ ਮੇਰਾ ਮਨ ਟਸ ਤੋਂ ਮਸ ਨਹੀਂ ਹੋਇਆ। ਉਵੇਂ ਈਰਖਾ ਚੱਲੀ ਜਾਂਦੀ ਹੈ, ਉਵੇਂ ਦੁਬਦਾ ਚੱਲੀ ਜਾਂਦੀ ਹੈ, ਉਵੇਂ ਵਿਕਾਰਾਂ ਦੀ ਅੱਗ ਮੈਨੂੰ ਛੱਡਦੀ ਨਹੀਂ। ਮਹਾਰਾਜ ਸਾਹਿਬ ਜੀ ਨੇ ਬਾਣੀ 'ਚ ਸਾਨੂੰ ਇਹ ਉਪਦੇਸ਼ ਦਿੱਤਾ ਹੈ, ਜਿੰਨੀ ਬਾਣੀ ਆ ਉਹ ਸਾਨੂੰ ਮਾਂ ਰੂਪ ਹੋ ਕੇ ਉਪਦੇਸ਼ ਦੇ ਰਹੀ ਹੈ, ਪ੍ਰਮਾਤਮਾ ਦੇ ਨਾਮ ਦਾ ਜਪ ਕਰ। ਜਪ ਤੋਂ ਬਗੈਰ ਨਹੀਂ ਰਸ ਬਣੇਗਾ, ਨਹੀਂ ਟਿਕਾਅ ਬਣੇਗਾ। ਇਸ ਕਰਕੇ ਮਹਾਰਾਜ ਨੇ ਸਿੱਖ ਦੀ ਇਹ ਮਰਜ਼ਾਦਾ ਹੀ ਬਣਾਈ, ਸੰਦਾਤ ਬਣਾਇਆ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠਰ ਨਾਮ ਤੇ ਆਵੇ। ਅੰਮ੍ਰਿਤ ਵੇਲੇ ਉੱਠੇ ਪਹਿਲਾਂ ਇਸ਼ਨਾਨ ਕਰੇ, ਪਹਿਲਾਂ ਇਸ਼ਨਾਨ ਕਰਕੇ ਜਪ ਕਰੇ, ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੇ, ਬਹੁਤਾ ਨਹੀਂ ਤਾਂ 5 ਮਿੰਟ ਹੀ ਕਰੇ। ਉਸ ਤੋਂ ਬਾਅਦ ਫਿਰ ਬਾਣੀ ਦਾ ਨਿਤਨੇਮ ਕਰੇ। ਇਹ ਤਜਰਬਾ ਕਰਕੇ ਦੇਖੋ, ਜਦੋਂ ਤੁਸੀਂ ਜਪ ਕਰੋਗੇ ਉਹਦੇ ਤੋਂ ਬਾਅਦ ਬਾਣੀ ਪੜੋਗੇ ਤਾਂ ਕੈਸਾ ਰਸ ਬਣਦਾ ਹੈ, ਕੈਸਾ ਟਿਕਾਅ ਬਣਦਾ ਹੈ। ਇਹ ਅਨੁਭਵੀ ਮਹਾਂਪੁਰਖਾਂ ਨੇ, ਇਹ ਮਹਾਰਾਜ ਸਾਹਿਬ ਜੀ ਨੇ ਸਾਨੂੰ ਬਾਣੀ 'ਚ ਇਹ ਜੁਗਤੀ ਦੱਸੀ ਹੈ ਨਾਮ ਜਪਣ ਦੀ, ਕਿ ਜ਼ੁਬਾਨ ਵਾਹਿਗੁਰੂ ਕਵੇ, ਕੰਨ ਉਸ ਵਾਹਿਗੁਰੂ ਨੂੰ ਸੁਣ। ਜਿੰਨਾ ਬੰਦੇ ਦਾ ਸੁਣਨਾ ਗਹਿਰਾ ਹੁੰਦਾ ਜਾਏਗਾ, ਉਨਾ ਹੀ ਉਹਦੇ ਅੰਦਰ ਰਸ ਪ੍ਰਗਟ ਹੁੰਦਾ ਜਾਏਗਾ, ਆਨੰਦ ਪ੍ਰਗਟ ਹੁੰਦਾ। ਇਹ ਗੱਲ ਵੱਖਰੀ ਹੈ। ਨਿਤਨੇਮ ਬੰਦਾ ਕਰਦਾ ਹੈ, ਅੱਖਾਂ ਫਿਰਦੀਆਂ, ਜ਼ੁਬਾਨ ਕਈ ਵਾਰ ਬੋਲਦੀ ਹੈ, ਕੰਨ ਕੋਈ ਨਹੀਂ ਸੁਣਦੇ, ਕੰਨਾਂ ਦਾ ਧਿਆਨ ਨਹੀਂ। ਕੰਨਾਂ ਨੂੰ ਸੁਣਾਉਣ ਵਾਸਤੇ ਕੰਨਾਂ ਨੂੰ ਇਹ ਨਹੀਂ ਵੀ ਖੋਲਣ ਦੀ ਲੋੜ, ਕੰਨ ਤਾਂ ਖੁੱਲੇ ਆ, ਧਿਆਨ ਦੀ ਲੋੜ ਹੈ। ਧਿਆਨ ਤੋਂ ਬਗੈਰ ਬੰਦਾ ਨਹੀਂ ਸੁਣ ਸਕਦਾ। ਮੈਂ ਕਥਾ ਸੁਣਾ ਰਿਹਾ, ਜੇ ਕੋਈ ਸੁਣਾ ਰਿਹਾ ਜਾਂ ਗਾ ਰਿਹਾ, ਇਹ ਗਾਉਣਾ ਸੁਣਾਉਣਾ ਬਹੁਤ ਸੌਖਾ ਜੇ, ਪਰ ਸੁਣਨਾ ਬਹੁਤ ਔਖਾ ਹੈ। ਸੁਣਨ ਵਾਸਤੇ ਧਿਆਨ ਬੜਾ ਕਾਗਰ ਚਾਹੀਦਾ, ਧਿਆਨ ਟਿਕਾਉਣਾ ਹੀ ਔਖਾ ਹੈ। ਸੁਣਾਉਣ ਲੱਗਿਆਂ ਧਿਆਨ ਦੂਜਿਆਂ ਤੇ ਰੱਖਣਾ ਪੈਂਦਾ, ਸੁਣਨ ਲੱਗਿਆਂ ਧਿਆਨ ਆਪਣੇ ਤੇ ਰੱਖਣਾ ਪੈਂਦਾ। ਬੰਦਾ ਦੂਜਿਆਂ ਤੇ ਧਿਆਨ ਦੇ ਸਕਦਾ, ਆਪਣੇ ਤੇ ਨਹੀਂ ਧਿਆਨ ਦੇ ਸਕਦਾ। ਅੱਜ ਹਰ ਇੱਕ ਬੰਦਾ ਮੀਡੀਆ ਹੈ, ਉਹ ਹਰ ਇੱਕ ਬੰਦੇ ਦੇ ਉੱਤੇ ਨਿਗਾਹ ਰੱਖ ਰਿਹਾ, ਇਹ ਕੀ ਕਰ ਰਿਹਾ, ਇਹ ਕੀ ਕਰ ਰਿਹਾ। ਆਪਣੇ ਮਨ ਦਾ ਕੋਈ ਪਹਿਰੇਦਾਰ ਨਹੀਂ, ਮੇਰਾ ਮਨ ਕੀ ਕਰ ਰਿਹਾ ਇਹਦਾ ਕਿਸੇ ਨੂੰ ਕੋਈ ਪਤਾ ਨਹੀਂ, ਕਿਉਂਕਿ ਮਨੁੱਖ ਦਾ ਸੁਭਾਅ ਬਣ ਗਿਆ ਦੂਜਿਆਂ ਦੇ ਪਹਿਰੇਦਾਰ ਬਣਨਾ।
तो गुरु कहता अपने मन का भी कदी पहरेदार बन, आप सवारे मैं मिलिया सुखोए फरीदा, जे तू मेरा होए रहे सब जग तेरा। तो साधु ये जुगती देता है, तू वाहिगुरु के नाम नूं जप ते कन्नां नाल सुन। समाप्ति है, गुरु घर के महान कीर्तनीए पहुंच चुके गुरु के दरबार, जिन्होंने कीर्तन की हाजरी भरनी है। अणभवियां का यह भी महापुरखों का बोल है, भोजन ते भजन। भोजन शरीर वास्ते जरूरी है, भजन मन वास्ते जरूरी है। जेड़े बंदे दे शरीर नूं भुख नहीं लग रही तो उन्होंने डॉक्टर कहते भाई तेरे तन च कोई रोग आ, ते महापुरखों के बोलो कहते जेड़े बंदे दे मन नूं भजन की भुख नहीं लगती, कहना पवेगा ते बंदे दे मन नूं कोई रोग है, इहदा मन रोगी है, इनू भजन नहीं चंगा लगता। तन दे रोगी नूं भोजन चंगा नहीं लगता, मन दे रोगी नूं भजन चंगा नहीं लगता। तो जिस तरह भोजन जे नहीं चंगा लगता, फिर कोई दवाइयां कोई मैडिसिन कोई परहेज करने पैंदे। मन नूं भजन चंगा लगे, ये वास्ते भी जुगतियां वरतने पैंदियां। सतपुरखों की संगत, गुरु की संगत च आउणा, कथा कीर्तन सुनना, ये मन फिर हौली हौली तैयार हुंदा है भजन करने वास्ते। तो ज्यों ज्यों फिर जप करता मनुख, मन फिर हौली हौली सुनना शुरू कर दिंदा। अजे ये सुनदा नहीं भज जाता, उस वेले सानू कई बार दरबार छड्ड के आप बाहरों ही भज जाता है, फिर आउंदा ही नहीं इस पासे। जपजी साहब शुरू करा दिंदा है, फिर जाके कई बार श्लोक दे लागे ही आउंदा, बंदा कहंदा जपजी साहब पढ़े गया। कई बार जिहड़े बंदे कंठ बाणी कढ़दे आ, वो कई बार आपां जदों कंठ बाणी पढ़दे आ, जिहड़ियां पंक्तियां मन्ने कीआं पौड़ियां सुणिया दीआं पौड़ियां जदों बंदा पढ़दा कई बार अगे पिछे हो जांदियां, समझ नहीं आउंदी। क्यों? कंठ पढ़ रहा सी, ध्यान कोई नहीं, ध्यान तो बगैर कोई समझ नहीं आ रही, कभी अगे कभी पिछे। तो जदों मनुख ध्यान देवेगा, ध्यान नाल सुनेगा, फिर मनुख के अंदर रस बनता। तो ये सतपुरखों के बोल हैं कि जबान जपे ते कन सुन। यही खेड है, जिवें हथ भोजन तैयार करते ते मूँह खाता है, ढिड की जिहड़ी भुख मिटदी है, जबान जपेगी कन सुनगे, मन की प्यास बुझेगी, मन तृप्त होएगा, मन दे विच ये रज आएगा परमात्मा के नाम का। तो सच्चे पातशाह महाराज ये साधुओं के बारे कहते, उन्होंने हिरदे विच नाम वसिया है, वो दूजियां दे हिरदे च नाम वसाउंदे हन। नानक उदरा साध सुन रसा। हाँ, तो कहते ने ऐसे रब दे प्यारे उन्हों का पार उतारा हो जाता, जिहड़े उन्हों की संगत करके अपनी रसना नाल जप जप के नाम के रस नूं माणदे हन। गुरु साहब मेहर करन, ये नाम का रस सानू सारिਆਂ ਨੂੰ बख्शिश करन, सारिਆਂ ਦੀ ਝੋਲੀ ਚ वाहिगुरु नाम की खैर जरूर पाउण। जिन्हों एकरा नाम का रस आ गया, ਉਹਦੀ जिंदगी च दुनियावी सारे रस फिक्के हो जाते हैं। राम रस पिया रे जे रस विसर गए रस और। गुरु साहिबान की हुण पावन हाजरी अंदर पंथ के महान कीर्तनीए भाई साहब भाई बलविंदर सिंह जी लोपोके वाले हजूरी रागी जथा सचखंड श्री दरबार साहब महाराज की बाणी के बोल ने, जो हर कीर्तन सुने हर कीर्तन गावे, हर कीर्तन सुने हर कीर्तन गावे, तिस जन दुख निकट नहीं आवे। जिहड़ा गुरु की बाणी का कीर्तन सुनता है या भावना नाल गाउंदा है, दुख पाप उहदे निकट नहीं आउंदे। सो ऐसे अस्थान तो भाई साहब आए है, जिस अस्थान के दर्शनों वास्ते सिख रोज़ ही अरदास करता है कि श्री अमृतसर साहब जी दर्शन इशनान। तो वो गुरु रामदास महाराज का घर है, जिसके बारे महाराज की बाणी के बोल हैं। सच्चे पातशाह महाराज कहते, डिठे सभे थाव नहीं तुद जिहिया, बधो पुरख विधाता है तां तू सुहिया। उत्थे सिख का जाना वड्डियां भागां वाला समझिया जाता है। उस स्थान के हजूरी रागी जथा हैं, तो बाबा जी बाबा गुरबचन सिंह जी नाल इन्हां दा बड़ा नेड़ता का प्रेम प्यार है। अक्सर ही महापुरखों के नाल जिथे गुरसिखी नाता परिवारक नाता भी है, उत्थे गुरुद्वारा तापस्थान साहब भंबरा भी बहुत बार उन्होंने कीर्तन की हाजरी भरी, संगतां नूं गुरु की बाणी का कीर्तन सुनाया है। इस स्थान पर भी कई बार हाजरी भरी है। अज वो विशेष करके जथे नाल पहुँचे है, सारी संगत वालों महापुरखों वालों उन्होंने जी आया धन्यवाद। वो आप संगतां नूं लाही बाणी का कीर्तन सुनाउणगे। भुल्लां चुकां की माफ़ी। बाबा जी बाबा गुरबचन सिंह जी वालों हाजरी भरदा होया मैं फतेह बुलाउणा। वाहिगुरू जी का खालसा वाहिगुरू जी की फतेह।
सूत्र करना पैना, मैंने सूत्र करना पैना। ਵਾਹਿਗੁਰੂ 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 ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਤੋਪੈ ਸੁਆਮੀ मानस की गत जेता समुंदर सागर नीर भरिया तेते योगन हमारे दया करो किश मेहर उपावो दया करो किश मेहर उपावो डुबदे पत्थर तारे हम मैले
करते हम निर्गुण हम मूरख तुम चतुर सियाणे तू सर्व कला क्या ज्ञाता माधो हम ऐसे तू ऐसा हम पापी तुम पाप खंडन नीको ठाकुर देसा नीको ठाकुर देसा नीको ठाकुर हमारे है कृपा की है हमारे है कृपा की है हमारे हमारे कृपा
संतो जात जियो बलिहार ऐसो दान देहो जी संतो